ਵਾਹਿਗੁਰੂ। ਵਾਲੀਏ ਕੁਲ ਆਲਮ, ਚਬਰ ਛਤਰ ਤਖਤ ਦੇ ਮਾਲਕ, ਰੱਬੀ ਗਿਆਨ ਦੇ ਸਾਗਰ, ਗੁਰਤਾ ਗੱਦੀ ਦੇ ਸੁਭਾਈਮਾਨ, ਬੇਅੰਤ ਮਹਿਮਾ ਦੇ ਮਾਲਕ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਿਨ੍ਹਾਂ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਹੋਏ ਹੈ। ਜਿਨ੍ਹਾਂ ਦੀਵਾਨਾਂ ਦੇ ਵਿੱਚ ਆਪ ਮਾਈ ਭਾਈ ਨੇਮੀ ਪ੍ਰੇਮੀ ਆਪਣੇ ਨੇਮ ਅਨੁਸਾਰ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਸਤਿਗੁਰੂ ਮਹਾਰਾਜ ਤਖਤਾਂ ਦੇ ਉੱਪਰ ਪ੍ਰਕਾਸ਼ ਹੋਏ ਨੇ। ਆਪਣੇ ਮੁਬਾਰਕ ਦਰਸ਼ਨ ਸਾਰਿਆਂ ਨੂੰ ਬਖਸ਼ਿਸ਼ ਕਰ ਰਹੇ ਨੇ। ਜਿਨ੍ਹਾਂ ਦਰਸ਼ਨਾਂ ਬਾਬਤ ਹੀ ਐਸਾ ਫਰਮਾਨ ਸਾਨੂੰ ਮਿਲਦਾ ਹੈ ਕਿ ਦਰਸ਼ਨ ਪਰਸੇਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਗੁਰੂ ਦੇ ਦਰਸ਼ਨ ਪਰਸਨ ਦੇ ਨਾਲ ਜੰਮਣ ਮਰਨ ਆਦਿਕ ਅਨੇਕਾਂ ਤਰ੍ਹਾਂ ਦੇ ਜਿਹੜੇ ਦੁੱਖ ਹੈ ਉਹ ਨਿਵਰਤ ਹੋ ਜਾਂਦੇ ਨੇ, ਬਸ਼ਰਤੇ ਜੇਕਰ ਸਾਡੇ ਮਨਾਂ ਦੇ ਅੰਦਰ ਸੱਚੀ ਗੁਰੂ ਕੇ ਦਰਸ਼ਨਾਂ ਦੀ ਅੰਦਰ ਤਾਂਘ ਹੋਵੇ, ਸੱਚੀ ਪ੍ਰੀਤੀ ਹੋਵੇ ਦਰਸ਼ਨਾਂ ਦੀ। ਇਹ ਦਰਸ਼ਨ ਕਰਦਿਆਂ ਸਾਰ ਹੀ ਐਡਾ ਵੱਡਾ ਲਾਭ ਸਾਨੂੰ ਮਿਲ ਜਾਂਦਾ ਹੈ। ਤਾਂ ਹੀ ਕਿਹਾ ਵਡਭਾਗੀ ਦਰਸ਼ਨ ਪਾ ਬਣਿਆ। ਪਰ ਦਰਸ਼ਨ ਵੀ ਵੱਡੇ ਭਾਗਾਂ ਵਾਲਿਆਂ ਨੂੰ ਭਾਈ ਪ੍ਰਾਪਤ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਕੀ ਹੈ? ਜਿਵੇਂ ਪ੍ਰਤੱਖ 10 ਗੁਰੂ ਸਾਹਿਬਾਨ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਸਨ ਤਾਂ ਉਸ ਸਮੇਂ ਸਭ ਸੰਗਤਾਂ ਆ ਕੇ ਪ੍ਰਤੱਖ ਸਰੀਰ ਦੇ ਦਰਸ਼ਨ ਕਰਦੀਆਂ। ਉਹਨਾਂ ਦਰਸ਼ਨਾਂ ਦਾ ਵੀ ਬੜਾ ਵੱਡਾ ਲਾਭ ਹੈ, ਉਹ ਵੀ ਕਥਨ ਕਹਿਣ ਤੋਂ ਪਰੇ ਹੈ। ਤੇ ਫਿਰ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਨਾਲ ਸਾਨੂੰ ਜੋੜਿਆ। ਇਹਨਾਂ ਦੇ ਦਰਸ਼ਨਾਂ ਦਾ ਵੀ ਬੇਅੰਤ ਲਾਭ ਹੈ। ਇੱਕ ਤਾਂ ਬਾਹਰੋਂ ਦਰਸ਼ਨ ਹਨ ਜੋ ਆਪਾਂ ਬਾਹਰੋਂ ਗੁਰੂ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਵਿੱਚ ਗੁਰੂ ਕੇ ਘਰ ਵਿੱਚ ਆਉਂਦੇ ਹਾਂ, ਸਤਿਕਾਰ ਵਜੋਂ ਕੁਝ ਭੇਟਾ ਅਰਪਣ ਕਰਦੇ ਹਾਂ ਤੇ ਸਾਹਮਣੇ ਜੋ ਰੁਮਾਲੇ ਸਾਹਿਬ ਜੀ ਦੇ ਅੰਦਰ ਸਤਿਗੁਰਾਂ ਦਾ ਜੋ ਆਕਾਰ ਹੈ ਉਹ ਸਾਨੂੰ ਦਿਸ ਰਿਹਾ ਹੈ। ਇੱਕ ਤਾਂ ਇਹ ਦਰਸ਼ਨ ਹੈ ਸਾਹਮਣੇ ਜੋ ਕਰ ਰਹੇ ਹਾਂ, ਇਹਦਾ ਵੀ ਲਾਭ ਹੈ। ਹਾਜ਼ਰੀ ਲੱਗਦੀ ਹੈ ਸਾਡੀ ਜਦੋਂ ਮੱਥਾ ਟੇਕਦੇ ਹਾਂ ਭਾਵਨਾ ਦੇ ਨਾਲ ਤਾਂ ਸਤਿਗੁਰੂ ਮਹਾਰਾਜ ਜੀ ਦੀ ਅਸੀਸ ਸਾਨੂੰ ਮਿਲਦੀ ਹੈ। ਪਰ ਇਹਦੋਂ ਅੱਗੇ ਦਰਸ਼ਨ ਕਰਨਾ ਹੈ। ਇਹਦੋਂ ਅਗਲਾ ਦਰਸ਼ਨ ਕੀ ਹੈ ਕਿ ਸਤਿਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਪਹੁੰਚ ਕੇ ਬੇਨਤੀ ਕਰਕੇ ਗੁਰੂ ਸਾਹਿਬ ਜੀ ਦਾ ਰੁਮਾਲਾ ਸਾਹਿਬ ਉਤੋਂ ਚੱਕ ਕੇ ਜੋ ਬਾਣੀ ਪੜ੍ਹਨੀ ਹੈ, ਅੱਖਾਂ ਦੇ ਨਾਲ ਦੀਦਾਰ ਕਰਨੇ ਹੈ। ਇੱਕ ਇਹ ਦਰਸ਼ਨ ਹੈ, ਇਹ ਵੀ ਦਰਸ਼ਨ ਕਰਨਾ ਜ਼ਰੂਰੀ ਹੈ। ਪਰ ਬਹੁਤਾਤ ਅੰਦਰ ਜੋ ਮਾਈ ਪਾਈ ਹੈ ਉਹ ਬਾਹਰ ਵਾਲੇ ਦਰਸ਼ਨਾਂ ਤੱਕ ਸੀਮਿਤ ਰਹਿ ਜਾਂਦੇ ਨੇ। ਉਹ ਵੀ ਕਰਨੇ ਹੈ ਪਰ ਉਦੋਂ ਅੱਗੇ ਵੀ ਵਧਣਾ ਹੈ, ਉੱਥੇ ਤੱਕ ਸੀਮਿਤ ਨਹੀਂ ਰਹਿਣਾ। ਉਦੋਂ ਅੱਗੇ ਵੱਧ ਕੇ ਭਾਈ ਫਿਰ ਰੁਮਾਲਾ ਸਾਹਿਬ ਚੱਕ ਕੇ ਤੇ ਗੁਰੂ ਕੀ ਬਾਣੀ ਜੋ ਪੜ੍ਹਨੀ ਹੈ, ਅੱਖਾਂ ਦੇ ਨਾਲ ਜੋ ਅੱਖਰਾਂ ਦੇ ਦੀਦਾਰ ਹੋਣੇ ਹੈ, ਇਹ ਦੂਜਾ ਦਰਸ਼ਨ ਹੈ ਗੁਰੂ ਮਹਾਰਾਜ ਜੀ ਦਾ। ਇਸੇ ਤਰੀਕੇ ਦੇ ਨਾਲ ਜਿਹੜਾ ਤੀਜਾ ਦਰਸ਼ਨ ਕਹਿ ਲਓ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜੋ ਬਾਣੀ ਪੜ੍ਹਦਿਆਂ ਬਾਣੀ ਦਾ ਅੰਦਰੋਂ ਪ੍ਰਕਾਸ਼ ਹੋਣ ਲੱਗ ਪੈਣਾ, ਸਮਝ ਪੈਣ ਲੱਗ ਪੈਣੀ ਹੈ। ਗੁਰੂ ਕੇ ਦਰਸ਼ਨ ਅੰਦਰ ਖਿੱਚ ਪ੍ਰਗਟ ਹੋ ਜਾਣੀ, ਇਹਨੂੰ ਤੀਜਾ ਦਰਸ਼ਨ ਕਹਿ ਲਈਏ ਆਪਾਂ।
ਤੇ ਇਸੇ ਤਰੀਕੇ ਦੇ ਨਾਲ ਜੋ ਫਿਰ ਪ੍ਰਤੱਖ ਹੀ ਇੱਛਾ ਲੱਗ ਜਾਣੀ ਹੈ ਕਿ ਇਹ ਬਾਣੀ ਜਿਨ੍ਹਾਂ ਦੀ ਉਚਾਰਨ ਕੀਤੀ ਹੋਈ ਹੈ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਤੇ ਉਹਨਾਂ ਦੇ ਦਰਸ਼ਨ ਹੋਣ ਵੀ ਉਹਨਾਂ ਦਾ ਸਰੂਪ ਕਿਹੋ ਜਿਹਾ ਧਾਰਨ ਕੀਤਾ ਹੋਇਆ ਸੀ, ਇਹ ਵੀ ਇੱਕ ਦਰਸ਼ਨ ਹੈ। ਬਹੁਤ ਸਾਰੇ ਗੁਰਸਿੱਖ ਜਿਹੜੇ ਪ੍ਰੇਮੀ ਹੈ ਐਸੇ ਦਰਸ਼ਨਾਂ ਦੀ ਇੱਛਾ ਰੱਖਦੇ ਨੇ ਕਿ ਜਿਸ ਸਰੂਪ ਦੇ ਅੰਦਰ ਸਾਡੇ 10 ਗੁਰੂ ਸਾਹਿਬਾਨ ਵਰਤੇ ਹੈ ਉਹ ਸਰੂਪ ਦੇ ਦਰਸ਼ਨ ਵੀ ਹੋਣ। ਤੇ ਇਸੇ ਤਰ੍ਹਾਂ ਇੱਕ ਸਾਧ ਸੰਗਤ ਜੀ ਆਪਣੇ ਅੰਦਰਲੀ ਸੁਰਤ ਦੁਆਰਾ ਸ਼ਬਦ ਦੇ ਨਾਲ ਜੋ ਮਿਲਾਪ ਹੋਣਾ ਹੈ, ਇੱਕ ਉਹ ਦਰਸ਼ਨ ਹੈ ਜਿਸ ਦੁਆਰਾ ਫਿਰ ਕੋਈ ਗੁਰੂ ਮਹਾਰਾਜ ਸਾਨੂੰ ਕਣ ਕਣ ਵਿੱਚ ਵਿਆਪਕ ਦਿਸਣਗੇ ਪਰਮਾਤਮਾ ਸਰੂਪ ਹੋਣੇ ਕਰਕੇ। ਇੱਦਾਂ ਇਹ ਦਰਸ਼ਨਾਂ ਦੀ ਬਾਬਤ ਅੱਗੇ ਤੋਂ ਅੱਗੇ ਵਿਚਾਰ ਹੈ ਤੇ ਦਰਸ਼ਨਾਂ ਦਾ ਲਾਭ ਬੇਅੰਤ ਹੈ। ਰਹਿਤਨਾਮਿਆਂ ਵਿੱਚ ਵੀ ਮਹਾਰਾਜ ਨੇ ਕਿਹਾ ਹੈ, ਦਰਸ਼ਨ ਕਰਨ ਗੁਰ ਸੋ ਚਾਹੈ, ਵੀ ਜਿਹੜਾ ਕੋਈ ਸਾਡੇ ਦਰਸ਼ਨ ਕਰਨਾ ਚਾਹੁੰਦਾ ਹੈ, ਗੁਰੂ ਕੇ ਦਰਸ਼ਨ ਕਰਨਾ ਚਾਹੁੰਦਾ ਹੈ, ਸ੍ਰੀ ਗ੍ਰੰਥ ਦਰਸਾਏ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਆ ਕੇ ਕਰ ਲਵੇ। ਉਹਦੇ ਵਿੱਚੋਂ ਤੁਹਾਨੂੰ ਸਾਡੇ ਹੀ ਦਰਸ਼ਨ ਪ੍ਰਾਪਤ ਹੋਣਗੇ। ਸਾਖੀ ਦੇ ਵਿੱਚ ਆਪਾਂ ਸੁਣਿਆ ਸੀ ਕਿ ਬਾਬਾ ਮੱਘਰ ਸਿੰਘ ਸਾਹਿਬ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਦੇ ਨੇ, ਮੱਥਾ ਟੇਕਣ ਲੱਗਿਆਂ 10 ਗੁਰੂ ਸਾਹਿਬਾਨਾਂ ਦੇ ਚਰਨ ਉਹਨਾਂ ਨੂੰ ਪ੍ਰਤੱਖ ਨਜ਼ਰ ਪੈਂਦੇ, ਉਹਨਾਂ ਦੇ ਚਰਨੀ ਮੱਥਾ ਟੇਕਦੇ ਸਨ। ਐਸੇ ਬੇਅੰਤ ਮਹਾਂਪੁਰਸ਼ ਜਿਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੀ 10 ਗੁਰੂ ਸਾਹਿਬਾਨਾਂ ਦੇ ਦਰਸ਼ਨ ਦੀਦਾਰ ਹੋ ਜਾਂਦੇ ਨੇ, ਤਾਂ ਉਹਨਾਂ ਦੀ ਐਸੀ ਅਵਸਥਾ ਪਾਈ ਹੋ ਜਾਂਦੀ ਹੈ, ਅੱਗੇ ਤੋਂ ਅੱਗੇ ਦਰਸ਼ਨਾਂ ਦੀ ਲੜੀ ਦੇ ਵਿੱਚ ਗਾਂਹ ਪਰੋਤੇ ਜਾਂਦੇ ਹਨ। ਆਪਾਂ ਬਾਹਰੀ ਤੌਰ ਦੇ ਉੱਤੇ ਦਰਸ਼ਨ ਕਰ ਰਹੇ ਹਾਂ, ਇਹ ਦਰਸ਼ਨਾਂ ਦਾ ਵੀ ਬੇਅੰਤ ਪਾਈ ਲਾਭ ਹੈ। ਫਿਰ ਦਰਸ਼ਨਾਂ ਤੋਂ ਬਾਅਦ ਬਾਣੀ ਦੇ ਨਿਤਨੇਮ ਉਹ ਪੜ੍ਹੇ ਸੁਣੇ, ਤੇ ਗੁਰਬਾਣੀ ਪੜ੍ਹਨੀ ਇਹ ਵੀ ਬੜੇ ਵੱਡੇ ਕਰਮਾਂ ਦਾ ਫਲ, ਤੇ ਬਾਣੀ ਸੁਣਨੀ ਇਹ ਵੀ ਬੜੇ ਵੱਡਾ ਕਰਮਾਂ ਦਾ ਫਲ ਹੈ, ਬੜਾ ਵੱਡਾ ਲਾਭ ਹੈ। ਗੁਰਬਾਣੀ ਵਿੱਚ ਤਾਂ ਐਸਾ ਬਚਨ ਆਇਆ ਕਿ ਆਇਓ ਸੁਣਨ ਪੜ੍ਹਨ ਕਉ ਬਾਣੀ, ਜੋ ਇਹ ਗੁਰੂ ਕੀ ਬਾਣੀ ਉਚਾਰਨ ਕੀਤੀ ਹੋਈ ਹੈ, ਇਹ ਮਨੁੱਖ ਤੂੰ ਇਸੇ ਬਾਣੀ ਨੂੰ ਪੜ੍ਹਨ ਵਾਸਤੇ ਆਇਆ ਹੋਇਆ ਹੈ। ਜਾਂ ਜੇ ਕੋਈ ਪੁੱਛੇ ਵੀ ਗੁਰਦੁਆਰੇ ਕੀ ਕਰਨ ਗਿਆ ਸੀ ਭਾਈ, ਤੂੰ ਘੁੰਮਣ ਫਿਰਨ ਗਿਆ ਸਾਂ, ਕਿ ਜਾ ਉੱਥੇ ਕੁਝ ਲੈਣ ਵਾਸਤੇ ਗਿਆ ਸੀ। ਕੀ ਲੈਣ ਵਾਸਤੇ ਗਿਆ ਸੀ? ਆਟਾ ਦਾਲ ਚੌਲ, ਕਿ ਜਾਂ ਕੁਝ ਘਰ ਦੇ ਕੰਮ ਜਿਹੜੇ ਸਨ ਇਹ ਮਹਾਰਾਜ ਨੂੰ ਕਹਿਣ ਗਏ ਸਾਂ ਵੀ ਆਹ ਸਾਡਾ ਕੰਮ ਕਰਦੀ, ਹੁਣ ਆਹ ਕਰਦੀ। ਇਹ ਸਤਿਕਾਰ ਨਹੀਂ ਰਹਿ ਜਾਂਦਾ ਹੈ। ਆਪਾਂ ਆਪਣੇ ਘਰਾਂ ਦੇ ਕੰਮ ਕਿਹਨੂੰ ਕਹਿੰਦੇ ਹਾਂ? ਜਿਹੜੇ ਕੋਈ ਨੌਕਰ ਹੁੰਦੇ ਹੈ, ਜਿਹੜੇ ਕੋਈ ਕਾਮੀ ਬੰਦੇ ਹੁੰਦੇ ਨੇ, ਕਾਮੇ ਰੱਖੇ ਹੁੰਦੇ ਹੈ ਕਈਆਂ ਨੇ, ਉਹਨਾਂ ਨੂੰ ਕਿਹਾ ਜਾਂਦਾ ਕਿ ਭਾਈ ਹੁਣ ਸਵੇਰ ਚੜ੍ਹ ਗਈ ਹੈ, ਤੂੰ ਐਂ ਕਰਕੇ ਮੇਰਾ ਆਹ ਕੰਮ ਕਰਿਆ, ਫਿਰ ਆਹ ਕਰੀ, ਫਿਰ ਆਹ ਕਰੀ, ਫਿਰ ਤੈਨੂੰ ਰੋਟੀ ਦੇ ਦੇਵਾਂਗੇ। ਇਹ ਵਿਚਾਰ ਕਰਨੀ ਕਿ ਕਿਤੇ ਆਪਾਂ ਵੀ ਇੱਦਾਂ ਤਾਂ ਨਹੀਂ ਕਰਦੇ ਗੁਰੂ ਮਹਾਰਾਜ ਜੀ ਦੇ ਨਾਲ। ਸਵੇਰੇ ਆ ਕੇ ਕਹਿਣਾ ਕਿ ਮਹਾਰਾਜ ਤੂੰ ਮੇਰਾ ਹੁਣ ਆਹ ਕੰਮ ਕਰਦੀ, ਫਿਰ ਮੇਰਾ ਆਹ ਕੰਮ ਹੋਣ ਵਾਲਾ ਹੈ, ਜੇ ਕਰ ਦੇਂਗਾ ਤਾਂ ਫਿਰ ਮੈਂ ਤੇਰੇ ਲੱਡੂਆਂ ਦਾ ਡੱਬਾ ਚੜਾਊਂ, ਤੈਨੂੰ ਲੱਡੂ ਖਵਾਊਂ, ਜਾਂ ਤੈਨੂੰ ਆਹ ਚੀਜ਼ ਲੈ ਕੇ ਦਊਂ। ਇਹ ਚੀਜ਼ ਜਿਹੜੀ ਹੈ, ਚਲੋ ਇੱਕ ਸਿੱਖ ਦੀ ਭਾਵਨਾ ਵੀ ਹੁੰਦੀ ਹੈ, ਭਾਵਨਾ ਦੇ ਵਿੱਚ ਕਹਿਣਾ ਕੁਝ ਵੱਖਰਾ ਹੈ, ਪਰ ਇਸ ਤਰੀਕੇ ਨਾਲ ਕਹੀ ਜਾਣਾ ਬਸ ਇਹਦੋਂ ਅੱਗੇ ਵਧਣਾ ਕੁਝ ਨਾ। ਸਿੱਖ ਭਾਵਨਾ 'ਚ ਕਹਿੰਦਾ, ਪਰ ਸਿੱਖ ਅੱਗੇ ਵੀ ਵੱਧਦਾ ਹੈ, ਕੱਲੀਆਂ ਉਹ ਦਾਤਾਂ ਤੱਕ ਸੀਮਿਤ ਨਹੀਂ ਰਹਿ ਜਾਂਦਾ। ਤਾਈ ਮਹਾਰਾਜ ਨੇ ਕਿਹਾ ਕਿ ਜੇਕਰ ਕੱਲਾ ਦਾਤਾਂ ਤੱਕ ਸੀਮਿਤ ਰਹਿ ਜਾਵੇ, ਉਹਦੀ ਹਾਲਤ ਕੈਸੀ? ਦਾਤ ਪਿਆਰੀ ਵਿਸਰਿਆ ਦਾਤਾਰਾ। ਉਹਨੂੰ ਦਾਤਾਂ ਹੀ ਪਿਆਰੀਆਂ ਲੱਗਦੀਆਂ, ਪਰ ਦਾਤਾ ਜਿਹੜਾ ਦੇਣ ਵਾਲਾ ਉਹ ਫਿਰ ਭੁੱਲ ਜਾਂਦਾ, ਉਹਦਾ ਕੋਈ ਚੇਤਾ ਨਹੀਂ ਰਹਿ ਜਾਂਦਾ।
ਪਰ ਮਹਾਰਾਜ ਜੀ ਦੱਸਦੇ ਨਾਲ ਕਿ ਬੰਦੇ ਤੂੰ ਇਕੱਲਾ ਇਹ ਕੰਮ ਨਹੀਂ ਇੱਥੇ ਕਰਨ ਵਾਸਤੇ ਆਇਓ ਸੁਣਨ ਪੜ੍ਹਨ ਕਉ ਬਾਣੀ। ਤੂੰ ਬਾਣੀ ਜਿਹੜੀ ਰੱਬੀ ਬਾਣੀ ਹੈ ਇਹਨੂੰ ਸੁਣਨ ਵਾਸਤੇ ਪੜ੍ਹਨ ਵਾਸਤੇ ਆਇਆ ਹੋਇਆ। ਜੋ ਗੁਰਬਾਣੀ ਦੇ ਨਿਤਨੇਮ ਹੋਏ ਹੈ, ਬਾਣੀ ਦੇ ਪਾਠ ਹੁੰਦੇ ਗੁਰੂ ਘਰ ਵਿੱਚ, ਇਹ ਸੁਣਨ ਦਾ ਕਿੱਡਾ ਕੁ ਵੱਡਾ ਲਾਭ ਹੈ। ਤਾਂ ਮਹਾਰਾਜ ਨੇ ਬਾਣੀ ਦੇ ਅੰਦਰ ਹੀ ਬੇਅੰਤ ਥਾਵਾਂ 'ਤੇ ਕਥਨ ਕੀਤਾ। ਪਰ ਕਹਿੰਦੇ ਕੋਟ ਪੁੰਨ ਸੁਣ ਹਰ ਕੀ ਬਾਣੀ। ਜੋ ਰੱਬੀ ਬਾਣੀ ਸੁਣਨੀ ਹੈ ਇਹ ਕਰੋੜਾਂ ਪੁੰਨ ਹੋਇਆ ਕਰਦੇ ਨੇ। ਬੰਦੇ ਕੋਲੋਂ ਸੰਗਤ ਜੀ ਇੱਕ ਪੁੰਨ ਨਹੀਂ ਹੁੰਦਾ। ਜੇ ਇੱਕ ਪੁੰਨ ਕਰਦਾ ਤੇ ਨਾਲ 10 ਪਾਪ ਕਰ ਬੈਠਦਾ ਹੈ, ਉਹ ਪੁੰਨ ਦਾ ਵਿਚਾਰੇ ਨੂੰ ਕੀ ਫਲ ਮਿਲਣਾ ਸੀ। ਇੱਦਾਂ ਬੰਦਾ ਤਰ੍ਹਾਂ ਤਰ੍ਹਾਂ ਕਰਕੇ ਯਤਨ ਕਰਦਾ ਕਈ ਵੀ ਮੈਂ ਹੁਣ ਆਹ ਪੁੰਨ ਕਰਮ ਕਰਾਂ, ਆਹ ਪੁੰਨ ਕਰਾਂ। ਮਹਾਰਾਜ ਕਹਿੰਦੇ ਤੂੰ ਬਾਣੀ ਸੁਣ ਲਿਆ ਕਰ, ਥਾਂ ਇਹ ਕਰੋੜਾਂ ਹੀ ਪੁੰਨਾਂ ਤੋਂ ਵੀ ਉੱਪਰ ਹੈ। ਤੇਰੇ ਕਰੋੜਾਂ ਹੀ ਪੁੰਨ ਹੋ ਜਾਣਗੇ ਜਦੋਂ ਇਕੱਲੀ ਬਾਣੀ ਸੁਣ ਲਈ। ਬਾਣੀ ਸੁਣਨ ਦਾ ਏਡਾ ਵੱਡਾ ਸੰਗਤ ਜੀ ਮਹਾਤਮ। ਫਿਰ ਰੋਜ਼ ਆਪਾਂ ਆਨੰਦ ਸਾਹਿਬ 'ਚ ਵੀ ਪੜ੍ਹਦੇ ਹਾਂ। ਉੱਥੇ ਮਹਾਰਾਜ ਕਹਿੰਦੇ ਹੈ ਸੁਣ ਤੇ ਪੁਨੀਤ ਕਹਤੇ ਪਵਿੱਤ। ਸੁਣਨ ਵਾਲੇ ਪਵਿੱਤਰ ਹੋ ਜਾਂਦੇ ਹਨ, ਕਹਿਣ ਵਾਲੇ ਵੀ ਪਵਿੱਤਰ ਹੋ ਜਾਂਦੇ। ਉੱਥੇ ਹੀ ਪੌੜੀ 'ਚ ਮਹਾਰਾਜ ਨੇ ਕਿਹਾ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸਾਰੇ ਦੁੱਖ ਸਾਰੇ ਸੰਤਾਪ ਸਾਰੇ ਰੋਗ ਲੈ ਜਾਂਦੇ ਹੈ ਜਦੋਂ ਸੱਚੀ ਬਾਣੀ ਐ ਸ਼ਰਧਾ ਭਾਵਨਾ ਦੇ ਨਾਲ ਪਿਆਰ ਵਿੱਚ ਭਿੱਜ ਕੇ ਸੁਣੀ ਜਾਵੇ। ਗੁਰੂ ਮਹਾਰਾਜ ਨੂੰ ਐ ਪ੍ਰਗਟ ਪ੍ਰਤੱਖ ਜਾਣ ਕੇ ਸੁਣੀ ਜਾਵੇ ਤਾਂ ਸਾਡੇ ਸਾਰੇ ਦੁੱਖ ਰੋਗ ਸੰਤਾਪ ਸਾਰੇ ਕਹਿੰਦੇ ਲੈ ਜਾਂਦੇ ਹਨ। ਇਸੇ ਤਰ੍ਹਾਂ ਕਰੋੜਾਂ ਹੀ ਜੱਗਾਂ ਦੇ ਫਲ ਵੀ ਮਿਲ ਜਾਂਦੇ ਹਨ। ਸੁਣ ਗਾਵਣ ਹਾਰੇ ਰਾਮ। ਜਿਹੜੇ ਗੁਰਬਾਣੀ ਨੂੰ ਸੁਣਨ ਵਾਲੇ ਆ ਭਾਈ, ਗਾਉਣ ਵਾਲੇ ਨੇ, ਕਰੋੜਾਂ ਜੱਗਾਂ ਦੇ ਫਲ ਵੀ ਉਹਨਾਂ ਨੂੰ ਮਿਲ ਜਾਂਦੇ। ਇੱਕ ਜੱਗ ਕਰਨਾ ਬੜੀ ਅਸੰਭਵ ਬਾਤ ਹੈ ਅੱਜ ਦੇ ਸਮੇਂ ਦੇ ਵਿੱਚ। ਜਿੱਦਾਂ ਜੱਗ ਦੀ ਵਿਧੀ ਲਿਖੀ ਹੋਈ ਹੈ, ਕਹਿੰਦੇ 101 ਜੱਗ ਕੀਤਾ ਜਾਵੇ ਤੇ ਇੰਦਰ ਦੀ ਪਦਵੀ ਮਿਲ ਜਾਂਦੀ ਹੈ, ਉਹ ਵੀ ਜੇ ਨਿਰਵਿਘਨ ਹੋ ਜਾਵੇ ਤਾਂ। ਇੱਧਰ ਮਹਾਰਾਜ ਜੀ ਕਹਿੰਦੇ ਹੈ ਵੀ ਤੁਸੀਂ ਗੁਰੂ ਕੀ ਬਾਣੀ ਸੁਣਿਆ ਕਰੋ, ਗਾਇਆ ਕਰੋ, ਕਰੋੜਾਂ ਜੱਗਾਂ ਦੇ ਫਲ ਮਿਲ ਜਾਣਗੇ। ਫਿਰ ਇਹ ਤੋਂ ਵੱਡਾ ਲਾਭ ਕੀ ਹੈ ਭਾਈ? ਅੰਮ੍ਰਿਤ ਵੇਲੇ ਦੇ ਨਾਲ ਆਉਣਾ। ਪਹਿਲਾਂ ਤਾਂ ਦਰਸ਼ਨਾਂ ਦਾ ਲਾਭ ਆਪਾਂ ਸੁਣਿਆ, ਫਿਰ ਇਸੇ ਤਰੀਕੇ ਦੇ ਨਾਲ ਗੁਰੂ ਕੀ ਬਾਣੀ ਜੋ ਸੁਣੀ ਪੜ੍ਹੀ ਹੈ ਇਹਦਾ ਕਿੱਡਾ ਵੱਡਾ ਲਾਭ ਹੈ, ਪਰੇ ਤੋਂ ਪਰੇ ਹੈ। ਉਦੋਂ ਬਾਅਦ ਇੱਥੇ ਮਹਾਂਪੁਰਖਾਂ ਦੇ ਸਥਾਨਾਂ ਦੀ ਨਿੱਤ ਦੀ ਮਰਜ਼ਾਦਾ ਅਨੁਸਾਰ ਆਪਾਂ ਕਥਾ ਸਰਵਣ ਕਰਦੇ ਹਾਂ। ਤੇ ਕਥਾ ਬਾਬਤ ਗੁਰਬਾਣੀ ਅੰਦਰੋਂ ਬੇਅੰਤ ਪ੍ਰਮਾਣ ਹੈ। ਸੁਣ ਹਰ ਕਥਾ ਉਤਾਰੀ ਮੈਲ ਮਹਾ ਪੁਨੀਤ ਭਏ ਸੁਖ ਸੈਲ। ਜੋ ਕਥਾ ਸੁਣਨੀ ਹੈ ਨਾ, ਇਹ ਪ੍ਰਮਾਤਮਾ ਮਦੀ, ਇਹ ਸਾਡੀ ਮੈਲ ਨੂੰ ਲਾਹ ਦਿੰਦੀ, ਅੰਦਰ ਦੀ ਜਿਹੜੀ ਮੈਲ ਲੱਗੀ ਹੋਈ। ਇੱਕ ਤਾਂ ਸਰੀਰ ਦੀ ਮੈਲ ਹੁੰਦੀ ਹੈ, ਇਹ ਤਾਂ ਸਵੇਰੇ ਇਸ਼ਨਾਨ ਕਰਦੇ ਹਾਂ ਆਪਾਂ ਲਾਹ ਲਈਦੀ ਹੈ। ਇੱਕ ਸਾਡੇ ਮਨ ਨੂੰ ਮੈਲ ਲੱਗੀ ਹੋਈ ਹੈ, ਜਿਹੜੀ ਮਨ ਦੀ ਮੈਲ ਹੈ ਉਹ ਫਿਰ ਸਾਡੇ ਸਰੀਰ ਦੇ ਅੰਦਰ ਵੀ ਸਾਧ ਸੰਗਤ ਦੀ ਇੰਦਰੀਆਂ ਵਿੱਚ ਵੀ ਮੈਲਾਪਣ ਪੈਦਾ ਕਰ ਦਿੰਦੀ ਹੈ। ਜਿਵੇਂ ਸ਼ੀਸ਼ਾ ਹੈ ਨਾ, ਜੇ ਉਹ ਮੈਲਾ ਹੋ ਜਾਵੇ ਤੇ ਉਹਦੇ 'ਚ ਜੇ ਆਪਾਂ ਆਪਣੀ ਸ਼ਕਲ ਦੇਖਾਂਗੇ, ਸਾਡਾ ਚਿਹਰਾ ਵੀ ਉਸੇ ਤਰ੍ਹਾਂ ਹੋਰ ਤਰ੍ਹਾਂ ਦਾ ਦਿਸੇਗਾ। ਜੇ ਸ਼ੀਸ਼ਾ ਐ ਸਾਫ਼ ਹੋਵੇ ਤੇ ਸਾਡਾ ਚਿਹਰਾ ਜਿਉਂ ਦਾ ਤਿਉਂ ਵਧੀਆ ਦਿਸਦਾ ਉਹਦੇ ਵਿੱਚ। ਬਸ ਤਿਵੇਂ ਜਦੋਂ ਮਨ ਹੀ ਮੈਲਾ ਹੋਏ ਭਾਈ, ਤਾਂ ਮਨ ਦੇ ਮੈਲੇਪਣੇ ਕਰਕੇ ਬੰਦੇ ਦੀਆਂ ਅੱਖਾਂ ਮੈਲੀਆਂ ਹੋ ਜਾਂਦੀਆਂ, ਕੰਨ ਮੈਲੇ ਹੋ ਜਾਂਦੇ, ਜ਼ੁਬਾਨ ਮੈਲੀ ਹੋ ਜਾਂਦੀ ਹੈ, ਪੈਰ ਮੈਲੇ ਹੋ ਜਾਂਦੇ, ਹੱਥ ਮੈਲੇ ਹੋ ਜਾਂਦੇ। ਗੱਲ ਕੀ ਸਾਰਾ ਸਰੀਰ ਹੀ ਮੈਲਾ ਹੀ ਹੋ ਜਾਇਆ ਕਰਦਾ ਹੈ। ਇਸ ਕਰਕੇ ਮਨ ਦੀ ਮੈਲ ਇਹ ਤਨ ਦੀ ਮੈਲ ਨਾਲੋਂ ਕਿਤੇ ਜ਼ਿਆਦਾ ਖਤਰਨਾਕ ਹੈ, ਜੋ ਮਨੁੱਖ ਦੀ ਜ਼ਿੰਦਗੀ ਨੂੰ ਕਹਿ ਲਓ ਤਬਾਹ ਕਰ ਦਿੰਦੀ ਹੈ। ਇਸੇ ਕਰਕੇ ਮਹਾਰਾਜ ਕਹਿੰਦੇ ਫਿਰ ਕਥਾ ਸੁਣਿਆ ਕਰੋ, ਜਿਹਦੇ ਕਰਕੇ ਤੁਹਾਡੇ ਮਨ ਦੀ ਜਿਹੜੀ ਮੈਲ ਹੈ ਨਾ ਉਹ ਦੂਰ ਹੋਵੇ। ਕਿਉਂਕਿ ਸੁਣ ਹਰ ਕਥਾ ਉਤਾਰੀ ਮੈਲ।
ਗੁਰਮੁਖਾਂ ਨੇ ਸੁਣ ਕੇ ਵਾਹਿਗੁਰੂ ਦੀ ਕਥਾ ਤੇ ਆਪਣੀ ਮੈਲ ਲਾ ਲਈ ਹੈ। ਸਾਨੂੰ ਮਹਾਰਾਜ ਕਹਿੰਦੇ ਤੁਸੀਂ ਵੀ ਭਾਈ ਸੁਣੋ ਕਥਾ ਰੱਬ ਦੀ, ਤੁਹਾਡੇ ਮਨ ਦੀ ਮੈਲ ਲੱਥੇਗੀ। ਤੇ ਜੇ ਸੰਗਤ ਜੀ ਆਪਾਂ ਦੇਖ ਲਓ ਵੀ ਸੰਗਤ ਕਰਦੇ ਹਾਂ, ਕੋਈ ਕਹਿੰਦਾ ਜੀ ਮੈਨੂੰ 10 ਸਾਲ ਹੋ ਗਏ, ਕੋਈ ਕਹਿੰਦਾ 20 ਸਾਲ ਹੋ ਗਏ, 50 ਸਾਲ ਹੋ ਗਏ ਗੁਰਦੁਆਰੇ ਆਉਂਦਿਆਂ। ਤੇ ਗੁਰਦੁਆਰੇ ਆਉਣਾ ਸਾਧ ਸੰਗਤ ਜੀ ਕੋਈ ਗਿਣਤੀ ਮਿਣਤੀ ਤਾਂ ਨਹੀਂ ਹੈ। ਗੁਰਦੁਆਰੇ ਆਉਣਾ ਆਪਣੇ ਜੀਵਨ ਦੀ ਘਾੜਤ ਘੜਨੀ ਹੋਇਆ ਕਰਦੀ ਹੈ। ਪਰ ਕਹਿੰਦੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਗੁਰੂ ਦੇ ਦਰ ਤੇ ਆ ਕੇ ਭਾਈ ਸੋਝੀ ਪ੍ਰਾਪਤ ਕਰੀਦੀ ਹੈ, ਜੀਵਨ ਦੀ ਘਾੜਤ ਘੜੀ ਦੀ ਹੈ। ਸਾਨੂੰ ਜੀਵਨ ਮਿਲਿਆ ਕਾਹਦੇ ਵਾਸਤੇ, ਇਹਦੇ ਨਾਲ ਕਰਨਾ ਕੀ ਹੈ, ਇਹ ਕੰਮ ਕਰਨਾ ਸੀ। ਤੇ ਇਹ ਕਰਨ ਲੱਗਿਆ ਕਹਿ ਲਓ ਕਿ ਮਨ ਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਸੀ। ਜੇ ਅੱਜ ਗੁਰਦੁਆਰੇ ਆਏ ਹਾਂ ਤੇ ਕੱਲ੍ਹ ਨੂੰ ਆਈਏ ਤਾਂ ਸਾਡੇ ਜੀਵਨ ਵਿੱਚ ਕੁਝ ਨਾ ਕੁਝ ਤਬਦੀਲੀ ਹੋਣੀ ਚਾਹੀਦੀ ਸੀ ਅੱਗੇ ਤੋਂ ਅੱਗੇ। ਤੇ ਜੇ ਤਬਦੀਲੀ ਕੋਈ ਆ ਨਹੀਂ ਰਹੀ ਹੈ ਸਾਡੇ ਵਿੱਚ, ਤਾਂ ਵੇਖੋ ਫਿਰ ਦੋਸ਼ ਕਿੱਥੇ ਬੈਠਾ ਹੋਇਆ ਹੈ। ਕੋਈ ਨਾ ਕੋਈ ਆਪਣੇ ਅੰਦਰ ਇਹੋ ਜਿਹਾ ਦੋਸ਼ ਹੈ ਜਿਹਨੇ ਕਵਾੜ ਸਾਡੇ ਅੰਦਰਲੇ ਬੰਦ ਕੀਤੇ ਹੋਏ ਹੈ, ਸਾਨੂੰ ਐਡਾ ਵੱਡਾ ਲਾਭ ਨਹੀਂ ਲੈਣ ਦੇ ਰਿਹਾ। ਦਰਸ਼ਨਾਂ ਦਾ ਲਾਭ, ਗੁਰਬਾਣੀ ਪੜ੍ਹਨ ਸੁਣਨ ਦਾ ਲਾਭ, ਕਥਾ ਦਾ ਲਾਭ, ਇਹ ਸਾਡੇ ਅੰਦਰ ਕਿਹੜੀ ਚੀਜ਼ ਹੈ ਜਿਹਦੇ ਕਰਕੇ ਸਾਨੂੰ ਇਹ ਲਾਭ ਨਹੀਂ ਮਿਲਦਾ ਪਿਆ। ਉਸ ਲਾਭ ਨਾਲੋਂ ਅਸੀਂ ਵਾਂਝੇ ਤੁਰੇ ਫਿਰਦੇ ਹਾਂ। ਤਾਂ ਫਿਰ ਉਹ ਪਤਾ ਚੱਲੇਗਾ ਸਾਡੇ ਅੰਦਰ ਅਹੰਕਾਰ ਹੈ। ਉਹ ਅਹੰਕਾਰ ਬੈਠਾ ਹੋਇਆ ਹੈ ਜਿਹਦੇ ਕਰਕੇ ਸੁਣਿਆ ਹੋਇਆ ਸੁਣਿਆ ਨਹੀਂ ਜਾ ਰਿਹਾ, ਦਰਸ਼ਨ ਦੇਖਿਆ ਹੋਇਆ ਦਰਸ਼ਨ ਕੀਤਾ ਨਹੀਂ ਜਾ ਰਿਹਾ, ਸੁਣੀ ਹੋਈ ਕਥਾ ਜਿਹੜੀ ਸੁਣੀ ਨਹੀਂ ਜਾ ਰਹੀ, ਅੰਦਰ ਗ੍ਰਹਿਣ ਨਹੀਂ ਕੀਤੀ ਜਾ ਰਹੀ ਹੈ। ਤੋ ਇਤਿਆਦਿਕ ਕਹਿ ਲਓ, ਬਾਕੀ ਹੋਰ ਵੀ ਅਨੇਕਾਂ ਤਰ੍ਹਾਂ ਕਰਕੇ ਔਗਣ ਹੈ। ਤੇ ਹਉਮੈ ਆਦਿਕ ਦੀ ਮੈਲ ਹੈ ਬੜੀ ਡਾਢੀ ਲੱਗੀ ਹੋਈ, ਜਿਹਦੇ ਕਰਕੇ ਭਾਈ ਆਪਣਾ ਮਨ ਮੈਲਾ ਹੋਇਆ ਪਿਆ ਹੈ। ਤੇ ਉਹ ਮੈਲੇ ਮਨ ਕਰਕੇ ਫਿਰ ਸਾਡੇ ਅੱਖਾਂ 'ਚ ਵੀ ਮੈਲ ਆ ਜਾਂਦੀ। ਮਨ ਮੈਲਾ ਤੇ ਅੱਖਾਂ ਵੀ ਮੈਲੀਆਂ ਹੋ ਗਈਆਂ। ਬਾਣੀ ਦਾ ਫਰਮਾਨ ਹੈ, ਮਨ ਮੈਲਾ ਸਭ ਕਿਛ ਮੈਲਾ, ਤਨ ਧੋਤਾ ਮਨ ਹੱਛਾ ਨਾ ਹੋਏ। ਜੇ ਕਿਸੇ ਬੰਦੇ ਦਾ ਮਨ ਹੀ ਮੈਲਾ ਤੇ ਉਹਦੇ ਕੀਤੇ ਹੋਏ ਕਰਮ ਸਾਰੇ ਮਹਾਰਾਜ ਕਹਿੰਦੇ ਮੈਲੇ ਨੇ। ਇਕੱਲੇ ਕੀਤੇ ਹੋਏ ਨਹੀਂ, ਅੱਖਾਂ ਨਾਲ ਦੇਖਿਆ ਹੋਇਆ ਵੀ ਉਹਦਾ ਮੈਲਾ ਹੈ, ਉਹਦਾ ਸੁਣਿਆ ਹੋਇਆ ਵੀ ਮੈਲਾ ਹੈ, ਉਹਦਾ ਬੋਲਿਆ ਹੋਇਆ ਵੀ ਮੈਲ ਵਾਲਾ ਹੀ ਹੈ, ਉਹਦਾ ਕਦਮ ਪੁੱਟਿਆ ਹੋਇਆ ਵੀ ਮੈਲਾ ਹੀ ਹੈ। ਕਿਉਂਕਿ ਜੇ ਪਾਣੀ ਗੰਦਾ ਤੇ ਗੰਦਾ ਪਾਣੀ ਚਾਹੇ ਦੁੱਧ 'ਚ ਪਾ ਦਿਓ ਤੇ ਉਹ ਦੁੱਧ ਨੂੰ ਵੀ ਉਹਨੇ ਖਰਾਬ ਹੀ ਕਰ ਦੇਣਾ ਹੈ ਨਾ। ਤੋ ਇਸ ਤਰੀਕੇ ਦੇ ਨਾਲ ਜੇ ਮਨ ਹੀ ਮੈਲਾ ਭਾਈ, ਉਹ ਮੈਲੇ ਮਨ ਨੇ ਸਾਡੇ ਸਾਰੇ ਸਰੀਰ ਦੇ ਇੰਦਰੇ ਮੈਲੇ ਰੱਖ ਦੇਣੇ ਹਨ, ਕਰ ਦੇਣੇ ਨੇ। ਇਸ ਕਰਕੇ ਮੈਲੇ ਮਨ ਦੇ ਨਾਲ ਸਾਡੀ ਅੱਖਾਂ 'ਚ ਮੈਲ ਆ ਰਹੀ ਹੈ। ਜੇ ਸਾਡੇ ਅੰਦਰ ਸੰਗਤ ਜੀ ਅੱਖਾਂ 'ਚ ਮੈਲ ਹੈ ਤਾਂ ਸਮਝ ਲਓ ਅਜੇ ਅਸੀਂ ਪਹਿਲਾ ਕਦਮ ਵੀ ਨਹੀਂ ਪੁੱਟਿਆ ਹੈ। ਜੇ ਕੰਨਾਂ 'ਚ ਮੈਲ ਹੈ, ਕੰਨਾਂ ਨਾਲ ਗਲਤ ਸੁਣਦੇ ਹਾਂ, ਨਿੰਦਿਆ ਚੁਗਲੀ ਸੁਣਦੇ ਹਾਂ, ਝੂਠ ਸੁਣ ਕੇ ਰਾਜੀ ਹੁੰਦੇ ਹਾਂ, ਤਾਂ ਸਮਝ ਲਓ ਕੰਨਾਂ ਦੀ ਮੈਲ ਹੈ। ਤੇ ਜੇ ਜ਼ੁਬਾਨ ਦੁਆਰਾ ਝੂਠ ਬੋਲਦੇ ਹਾਂ, ਨਿੰਦਿਆ ਕਰਦੇ ਹਾਂ, ਗਾਲਾਂ ਕੱਢਦੇ, ਬਦਨਾਮੀ ਕਰਦੇ ਹਾਂ ਕਿਸੇ ਦੀ, ਤਾਂ ਇਹ ਜ਼ੁਬਾਨ ਨੂੰ ਮੈਲ ਲੱਗੀ ਹੋਈ ਹੈ। ਮਹਾਰਾਜ ਕਹਿੰਦੇ ਆ ਕਿ ਸੁਣ ਹਰ ਕਥਾ ਉਤਾਰੀ ਮੈਲ, ਇਹ ਮੈਲ ਲਾਉਣੀ ਸੀ। ਜੇ ਅਜੇ ਨਹੀਂ ਲੱਤੀ ਹੈ ਤਾਂ ਸਮਝ ਲਓ ਵੀ ਅਜੇ ਫਿਰ ਸੁਣਿਆ ਨਹੀਂ ਕੁਝ ਆਪਾਂ। ਤੋ ਇਹ ਕਥਾ ਜੇ ਨਿੱਤ ਸੁਣਦੇ ਰਹਾਂਗੇ ਤਾਂ ਕਥਾ ਸਾਡੇ ਅੰਦਰੋਂ ਫਿਰ ਇਹ ਜਿਹੜੀ ਮੈਲ ਹੈ ਨਾ, ਇਹਨੂੰ ਲਾਈ ਜਾਂਦੀ ਹੌਲੀ ਹੌਲੀ। ਜਿਵੇਂ ਕੋਈ ਬਰਤਨ ਹੈ ਨਾ, ਬਹੁਤ ਜ਼ਿਆਦਾ ਕਹਿ ਲਓ ਮੈਲੇ ਹੋ ਜਾਣ, ਖਾਸ ਕਰਕੇ ਜਿਵੇਂ ਲੋਹੇ ਦਾ ਬਰਤਨ ਹੈ, ਸਰਬਲੋਹ ਦਾ ਭਾਂਡਾ ਹੈ, ਉਹਨੂੰ ਜੰਗਾਲ ਪੈ ਜਾਵੇ ਨਾ ਤੇ ਉਹਦਾ ਜੰਗਾਲ ਫਿਰ ਇੱਕਦਮ ਨਹੀਂ ਉਤਰਦਾ ਹੈ। ਹਾਂ ਚਲੋ ਕੈਮੀਕਲ ਹੁੰਦੇ ਹੈ, ਉਹਦੇ ਨਾਲ ਇਹ ਵੀ ਜਾਂਦਾ ਹੈ, ਪਰ ਜੇ ਆਪਾਂ ਮਾਂਜ ਕੇ ਲਾਈਏ ਰੇਤੇ ਨਾਲ, ਜਿਹਦੇ ਨਾਲ ਉਹ ਧਾਤ 'ਚ ਕੋਈ ਜ਼ਿਆਦਾ ਫਰਕ ਨਾ ਪਵੇ, ਤੇ ਉਹ ਫਿਰ ਰੇਤੇ ਨਾਲ ਜੇ ਅੱਜ ਮਾਂਜਾਂਗੇ, ਅੱਜ ਥੋੜ੍ਹਾ ਜਿਹਾ ਸਾਫ਼ ਹੋਊ, ਕੁਝ ਨਿੰਬੂ ਲਾ ਲਈਏ ਉੱਤੇ, ਕੱਲ੍ਹ ਨੂੰ ਫੇਰ ਮਾਂਜੀਏ ਥੋੜ੍ਹਾ ਜਿਹਾ ਹੋਰ ਸਾਫ਼ ਹੋ ਜਾਊ। ਇੱਦਾਂ ਕਰਦਿਆਂ ਕਰਦਿਆਂ ਹੌਲੀ ਹੌਲੀ ਪੂਰਾ ਬਾਟਾ ਚਮਕ ਪੈਂਦਾ ਹੈ।
ਜਿਵੇਂ ਨਿਕਲ ਕੀਤਾ ਹੋਵੇ। ਤਿਵੇਂ ਭਾਈ ਆਪਣੇ ਮਨ ਦੀ ਹਾਲਤ। ਪਰ ਇਹ ਜੇ ਅੱਜ ਮਾਂਜ ਕੇ ਮੁੜ ਕੇ ਰੱਖ ਦਿੱਤਾ, ਫਿਰ ਉਹਨੂੰ ਦੁਬਾਰਾ ਮੈਲ ਪੈ ਜਾਂਦੀ। ਫਿਰ ਮਾਂਜ ਕੇ ਰੱਖ ਦਿਓ, ਦੁਬਾਰਾ ਫਿਰ ਮੈਲ ਪੈ ਜਾਂਦੀ ਹੈ। ਸਲਾਬ ਦੇ ਨਾਲ, ਹਵਾ ਦੇ ਨਾਲ ਲੋਹਾ ਮੈਲਾ ਹੋ ਜਾਂਦਾ, ਉਹ ਜੰਗਾਲ ਪੈ ਜਾਂਦਾ, ਸਰਬਲੋਚ। ਪਰ ਜਿਹਨੂੰ ਨਿੱਤ ਮਾਂਜ ਕੇ ਤੇ ਸੁੱਕ ਮਾਂਜ ਕਰਕੇ ਸਾਫ਼ ਕਰਕੇ ਰੱਖਦੇ ਰਹੀਏ, ਜਦੋਂ ਐਂ ਪੂਰਾ ਚਮਕ ਗਿਆ, ਫਿਰ ਉਹਨੂੰ ਛੇਤੀ ਜੰਗਾਲ ਨਹੀਂ ਪੈਂਦਾ ਹੈ। ਜੇਕਰ ਉਹ ਬਰਤਨ ਨੂੰ ਮਾਂਜ ਕੇ ਚੰਗੀ ਤਰ੍ਹਾਂ ਜਦੋਂ ਐਂ ਚਮਕ ਗਿਆ ਤੇ ਫਿਰ ਉਹਨੂੰ ਸੁੱਕ ਮਾਂਜ ਕਰਕੇ ਰੱਖ ਦਿਆ ਕਰੀਏ, ਫਿਰ ਬਹੁਤਾ ਜੰਗਾਲ ਜਿਹਨੂੰ ਛੇਤੀ ਪੈਂਦਾ। ਤਿਵੇਂ ਆਪਣੇ ਮਨ ਦੀ ਹਾਲਤ। ਮਨ ਵੀ ਲੋਹੇ ਵਰਗਾ ਹੈ, ਬੜਾ ਕਠੋਰ ਹੈ। ਬੜੀ ਛੇਤੀ ਇਹਨੂੰ ਜੰਗਾਲ ਦੀ ਮੈਲ ਪੈ ਜਾਂਦੀ, ਵਿਕਾਰਾਂ ਦੀ, ਵਾਸ਼ਨਾ ਦੀ। ਤੇ ਜੇ ਇਹਨੂੰ ਨਿੱਤ ਮਾਂਜੀਏ ਕਥਾ ਦੁਆਰਾ ਮਾਂਜ ਕਰਕੇ, ਇਹਨੂੰ ਸੁੱਕ ਮਾਂਜ ਕਰਕੇ ਰੱਖ ਦਈਏ, ਤਾਂ ਫਿਰ ਇਹਦੀ ਮੈਲ ਹੌਲੀ ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ। ਪਰ ਜੇ ਮਾਂਜ ਕੇ ਇੱਥੇ ਮਨ ਨੂੰ ਮਾਂਜਿਆ, ਭਾਵ ਕਥਾ ਵਾਰਤਾ ਸੁਣੀ, ਤੇ ਮੁੜ ਕੇ ਜਾ ਕੇ ਫਿਰ ਜਿਵੇਂ ਭਾਂਡੇ ਨੂੰ ਪਾਣੀ 'ਚ ਰੱਖ ਦਈਏ, ਨਮੀ ਵਾਲੀ ਥਾਂ 'ਤੇ ਰੱਖ ਦਈਏ, ਉਹ ਬਾਟਾ ਫਿਰ ਜੰਗਾਲਿਆ ਜਾਂਦਾ ਬਹੁਤਾ ਜ਼ਿਆਦਾ। ਤੇ ਜੇ ਇੱਦਾਂ ਹੀ ਮਨ ਆਪਣੇ ਨੂੰ ਆਪਾਂ ਦੁਬਾਰਾ ਫਿਰ ਉਹੋ ਜਿਹੇ ਕੰਮਾਂ 'ਚ ਲਾ ਦਿੱਤਾ, ਜਿਹਨਾਂ ਕੰਮਾਂ ਤੋਂ ਕਥਾ ਨੇ ਰੋਕਿਆ ਸੀ, ਉਹ ਫਿਰ ਬਹੁਤਾ ਜ਼ਿਆਦਾ ਹੋਰ ਮੈਲਾ ਹੋ ਜਾਂਦਾ। ਇੱਦਾਂ ਫਿਰ ਤਰੱਕੀ ਕੋਈ ਨਹੀਂ ਹੁੰਦੀ ਜੀਵਨ ਵਿੱਚ। ਜੇ ਕੋਈ ਆਖੇ ਮੈਨੂੰ 50 ਸਾਲ ਹੋ ਗਏ, 50 ਕੀ ਤੈਨੂੰ 500 ਸਾਲ ਇੱਦਾਂ ਕਰ ਲਾ, ਲਾਭ ਤਾਂ ਫਿਰ ਕੁਝ ਨਹੀਂ ਮਿਲਣਾ ਸੀ ਭਾਈ। ਇਸ ਕਰਕੇ ਆਪਣੇ ਅੰਦਰ ਨਿਰਣਾ ਕਰਨਾ। ਜਿਵੇਂ ਬੱਚਾ ਸਕੂਲ 'ਚ ਜਾ ਰਿਹਾ, ਜੇ 10 ਸਾਲ ਜਾ ਰਿਹਾ ਤੇ ਪਹਿਲੀ ਕਲਾਸ 'ਚ ਹੀ ਬੈਠਾ ਰਹੇ, ਤੇ ਫਿਰ ਤੇ ਆਪਾਂ ਕਹਾਂਗੇ ਛੱਡ ਪਰੇ, ਤੂੰ ਕੀ ਪੜ੍ਹਨਾ, ਤੂੰ ਤਾਂ ਕੁਝ ਗਾਂਹ ਵਧਿਆ ਹੀ ਨਹੀਂ ਹੈ। 10 ਸਾਲ ਹੋ ਗਏ ਇੱਕੋ ਕਲਾਸ ਵਿੱਚ ਹੀ ਤੈਨੂੰ ਬੈਠੇ ਨੂੰ। ਹਾਲਾਂਕਿ ਕੋਈ ਸਕੂਲ ਵੀ ਨਹੀਂ ਰੱਖੇਗਾ ਇਹੋ ਜਿਹੇ ਬੱਚੇ ਨੂੰ ਵੀ ਇੰਨਾ ਸਮਾਂ ਇੱਕ ਕਲਾਸ 'ਚ ਲਾਈ ਜਾ ਰਿਹਾ। ਤੇ ਬੱਚੇ ਦੇ ਮਨ ਵਿੱਚ ਤਾਂ ਖੁਸ਼ੀ ਆਉਂਦੀ ਹੈ ਜਦੋਂ ਉਹ ਸੰਗਤ ਦੀ ਪੇਪਰ ਪਾਸ ਕਰਕੇ ਫਿਰ ਅਗਲੀ ਕਲਾਸ 'ਚ ਹੁੰਦਾ, ਕਰਦਿਆਂ ਕਰਦਿਆਂ ਇੱਦਾਂ ਅਗਲੀ ਕਲਾਸ ਵਿੱਚ ਜਾਂਦਾ ਹੈ। ਤਿਵੇਂ ਸੰਗਤ ਵਿੱਚੋਂ ਆ ਕੇ ਸਿੱਖ ਨੇ ਅੱਗੇ ਅੱਗੇ ਆਪਣਾ ਕਦਮ ਪੁੱਟ ਕੇ ਵਧਣਾ ਸੀ, ਪਰ ਸਿੱਖ ਉੱਥੇ ਹੀ ਬੈਠਾ ਹੋਇਆ। ਬਾਹਰੋਂ ਦਰਸ਼ਨ ਕੀਤੇ, ਗੋਲਕ 'ਚ ਪੈਸੇ ਪਾਏ, ਘੁੰਮੇ ਫਿਰੇ, ਮੱਥਾ ਟੇਕਿਆ, ਲੱਡੂ ਲਏ, ਪ੍ਰਸ਼ਾਦ ਲਿਆ, ਘਰ ਨੂੰ ਚਲੇ ਗਏ। ਲਓ ਜੀ ਗੁਰਦੁਆਰੇ ਜਾ ਆਏ। ਹਾਂਜੀ ਚਲੋ, ਇੱਦਾਂ ਵੀ ਆਉਣਾ ਇੱਕ ਹੈ ਤਾਂ ਸਾਡਾ ਧਾਰਮਿਕ ਕਰਮ ਹੈ, ਪਰ ਗੁਰੂ ਕੀ ਬਾਣੀ ਜਾਂ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਕਹਿੰਦੇ ਵੀ ਤੂੰ ਇੱਥੋਂ ਤੱਕ ਨਾ ਇਕੱਲਾ ਰਹਿ, ਇਹਦੋਂ ਅੱਗੇ ਵੀ ਥੋੜ੍ਹਾ ਵੱਧ, ਰੁਮਾਲਾ ਚੱਕ, ਉਹ ਤੋਂ ਬਾਣੀ ਪੜ੍ਹ, ਬਹਿ ਕਥਾ ਸੁਣ ਕੇ ਇਹਨੂੰ ਜੋ ਸੁਣਿਆ ਥੋੜ੍ਹਾ ਅੰਦਰ ਧਾਰਨ ਕਰਨ ਦਾ ਯਤਨ ਕਰ, ਜਿਹਦੇ ਨਾਲ ਤੇਰਾ ਜੀਵਨ ਜਿਹੜਾ ਹੈ ਉਹ ਹੋਰ ਅੰਦਰੋਂ ਗੁਣਾਂ ਨਾਲ ਭਰਪੂਰ ਹੋਵੇ। ਤੋ ਇੱਦਾਂ ਭਾਈ ਸਭ ਤੋਂ ਉੱਤਮ ਹਰ ਕੀ ਕਥਾ ਨਾਮ ਸੁਣਤ ਦਰਦ ਦੁੱਖ ਲੱਥਾ। ਇਹ ਕਥਾ ਸਭ ਤੋਂ ਉੱਤਮ ਸ਼੍ਰੇਸ਼ਟ ਹੈ ਜੋ ਰੱਬ ਦੀ ਕੀਤੀ ਜਾਵੇ। ਤੋ ਇੱਥੇ ਸਾਨੂੰ ਇਹ ਸਾਰੇ ਲਾਭ ਮਹਾਰਾਜ ਜੀ ਦੀ ਹਜ਼ੂਰੀ ਵਿੱਚੋਂ ਪ੍ਰਾਪਤ ਹੋ ਰਹੇ ਹੈ। ਦਰਸ਼ਨਾਂ ਦਾ ਲਾਭ, ਬਾਣੀ ਸੁਣਨ ਪੜ੍ਹਨ ਦਾ ਲਾਭ, ਕਥਾ ਦਾ ਲਾਭ ਮਿਲ ਰਿਹਾ ਹੈ। ਸੋ ਆਓ ਜਿਵੇਂ ਨਿੱਤ ਆਪਾਂ ਭਾਈ ਗੁਰਦਾਸ ਸਾਹਿਬ ਜੀ ਦੀ ਪਾਵਨ ਰਚਨਾ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹਾਂ। ਦੂਸਰੀ ਵਾਰ ਉਹਨਾਂ ਦੀ ਚੱਲਦੀ ਪਈ ਹੈ। ਦੂਸਰੀ ਵਾਰ ਦੀਆਂ ਕਹਿ ਲਓ ਕਿ 8 ਪੌੜੀਆਂ ਆਪਾਂ ਕੱਲ੍ਹ ਸਰਵਣ ਕੀਤੀਆਂ ਸਨ। 9ਵੀਂ ਪੌੜੀ ਦਾ ਮੂਲ ਪਾਠ ਆਪ ਜੀਆਂ ਨੇ ਸਰਵਣ ਕਰ ਲਿਆ ਹੈ। ਇਹਦੇ ਦੁਆਰਾ ਜੋ ਸਾਨੂੰ ਸਿੱਖਿਆ ਦੇ ਰਹੇ ਨੇ, ਆਓ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰੀਏ ਜੀ। ਪਰਮਾਤਮਾ ਇੱਕ ਤੋਂ ਅਨੇਕ ਰੂਪ ਕਿਵੇਂ ਹੋ ਰਿਹਾ ਹੈ। ਉਹ ਇੱਕ ਪਰਮਾਤਮਾ ਹੀ ਅੱਗੇ ਕਿੱਦਾਂ ਅਨੇਕਤਾ ਵਿੱਚ ਆ ਜਾਂਦਾ ਹੈ। ਉਹ ਉਦਾਹਰਨਾਂ ਦੇ ਕਰਕੇ ਭਾਈ ਗੁਰਦਾਸ ਸਾਹਿਬ ਜੀ ਦੱਸ ਰਹੇ ਹਨ। ਜਿਵੇਂ ਆਪਾਂ ਬਾਣੀ ਪੜ੍ਹਦੇ ਹਾਂ, ਅਨੇਕ ਹੈ, ਜਾਪ ਸਾਹਿਬ ਵਿੱਚ ਪੜ੍ਹਦੇ ਹੋ, ਪਰਮਾਤਮਾ ਆਪ ਹੀ ਅਨੰਤ ਸਰੂਪ ਹੈ। ਆਪ ਇੱਕ ਰੂਪ ਵੀ ਹੈ, ਆਪ ਹੀ ਇੱਕ ਤੋਂ ਅਨੇਕ ਰੂਪ ਵੀ ਹੈ। ਇੱਕ ਤੋਂ ਅਨੇਕ ਰੂਪ ਕਿਵੇਂ ਹੋ ਜਾਂਦਾ, ਤੇ ਫਿਰ ਅਨੇਕਾਂ ਰੂਪ ਦੇ ਵਿੱਚੋਂ ਇੱਕ ਨੂੰ ਕਿਵੇਂ ਮਹਿਸੂਸ ਕੀਤਾ ਜਾਵੇ, ਇਹ ਸਵਾਲ ਆ ਜਾਂਦਾ ਜਗਿਆਸੂ ਜਨਾਂ ਦਾ। ਉਹਦਾ ਉੱਤਰ ਭਾਈ ਗੁਰਦਾਸ ਸਾਹਿਬ ਜੀ ਤੋਂ
ਵਧੀਆ ਹੋਰ ਕੋਈ ਦੇ ਵੀ ਨਹੀਂ ਸਕਦਾ ਸੀ। ਤੋ ਭਾਈ ਗੁਰਦਾਸ ਸਾਹਿਬ ਜੀ ਉਦਾਹਰਨਾਂ ਦੇ ਕੇ, ਦ੍ਰਿਸ਼ਟਾਂਤ ਦੇ ਦੇ ਕਰਕੇ ਇਸ ਗੱਲ ਨੂੰ ਸਮਝਾ ਰਹੇ ਹਨ। ਫਰਮਾਉਂਦੇ ਹੈ ਕਿ ਬਿਰਖ ਹੋਵੇ ਬੀਓ ਬੀਜੀਆ, ਜਿਵੇਂ ਇੱਕ ਬੀਜ ਧਰਤੀ ਵਿੱਚ ਬੀਜਿਆ ਜਾਵੇ ਤਾਂ ਉਹ ਉੱਗ ਕੇ ਬੜਾ ਵੱਡਾ ਬਿਰਛ ਰੁੱਖ ਬਣ ਜਾਂਦਾ ਹੈ। ਫੇਰ ਅੱਗੇ ਤੋਂ ਅੱਗੇ ਭਾਈ ਦੇਖੋ ਕਿੰਨਾ ਵੱਡਾ ਪਸਾਰਾ ਕਰ ਲੈਂਦਾ ਹੈ ਨਿੱਕਾ ਜਿਹਾ ਬੀਜ। ਜਿਵੇਂ ਕਹਿ ਲਓ ਬੋਹੜ ਦਾ ਬੀਜ ਹੈ, ਇਹਦੇ ਖਸਖਸ ਦੇ ਦਾਣੇ ਨਾਲੋਂ ਵੀ ਕਹਿ ਲਓ ਨਿੱਕਾ ਜਿਹਾ ਦਾਣਾ ਹੈ ਨਾ, ਤੇ ਉਹ ਜਦੋਂ ਬੀਜਿਆ ਜਾਵੇ ਕਿਤੇ ਤੇ ਫਿਰ ਜਦੋਂ ਉੱਗਦਾ ਹੈ ਦੇਖ ਲਓ ਕਿੱਡਾ ਪਸਾਰਾ ਕਰ ਲੈਂਦਾ ਆਪਣਾ। ਕਈ ਥਾਂ 'ਤੇ ਤਾਂ ਛੱਤਾਂ ਦੇ ਵਿੱਚ ਜਾਂ ਕੰਧਾਂ ਦੇ ਵਿੱਚ ਉਹ ਬੂਟਾ ਉੱਗ ਪੈਂਦਾ ਹੈ, ਕਿਉਂਕਿ ਜਿਵੇਂ ਪੰਛੀ ਕੋਈ ਉਹਦੀਆਂ ਗੁੱਲਾਂ ਜੀਆਂ ਖਾ ਕੇ ਤੇ ਬੈਠਾ ਦ ਕਰਦੇ ਹੈ, ਉਹਦੇ ਨਾਲ ਉਸ ਬੀਜ ਨੂੰ ਹੀਟ ਜੀ ਮਿਲ ਜਾਂਦੀ ਹੈ, ਜਿਹਦੇ ਨਾਲ ਫਿਰ ਉਹ ਜ਼ਿਆਦਾਤਰ ਕੰਧਾਂ ਦੇ ਵਿੱਚ ਹੀ ਉਹ ਬੂਟਾ ਹੁੰਦਾ ਜਾਂ ਛੱਤਾਂ ਦੇ ਉੱਤੇ ਹੀ, ਜਿੱਥੇ ਪੰਛੀ ਬਿਠਾ ਆਦਿਕ ਮਾਰਦੇ। ਤੇ ਉਹ ਬੂਟਾ ਤਾਂ ਹੋ ਗਿਆ ਕੰਧ ਦੇ ਵਿੱਚ, ਕੰਧ ਦੇ ਸਹਾਰੇ, ਤੇ ਫੈਲ ਕੇ ਮੁੜ ਕੇ ਉਹ ਕੰਧਾਂ ਨੂੰ ਹੀ ਪਾੜ ਦਿੰਦਾ ਹੈ, ਛੱਤਾਂ ਨੂੰ ਪਾੜ ਕੇ ਰੱਖ ਦਿੰਦਾ ਹੈ। ਹਾਲਾਂਕਿ ਛੱਤ ਜਿਹੜੀ ਹੈ ਉਹ ਮਜ਼ਬੂਤ ਹੈ, ਸੀਮਿੰਟ ਸਰੀਆ ਪਿਆ ਹੋਇਆ, ਤੇ ਜਿਹੜਾ ਉਹਦੀਆਂ ਜੜ੍ਹਾਂ ਨੇ ਬੂਟੇ ਦੀਆਂ ਉਹ ਹੈ ਕੋਮਲੀ ਨੇ, ਪਰ ਉਹਨਾਂ 'ਚ ਤਾਕਤ ਐਸੀ ਹੈ ਕਿ ਵੱਡੇ ਵੱਡੇ ਘਰਾਂ ਨੂੰ ਢਾਹ ਕੇ ਰੱਖ ਦਿੰਦਾ ਹੈ। ਫਿਰ ਉਹ ਇੱਦਾਂ ਹੈ, ਦੇਖੋ ਬੀਜ ਕਿੱਡਾ ਨਿੱਕਾ ਜਿਹਾ ਧਰਤੀ 'ਚ ਜਦੋਂ ਬੀਜਿਆ ਗਿਆ ਤੇ ਮੁੜ ਕੇ ਕਿੱਡਾ ਵੱਡਾ ਪਸਾਰਾ ਕਰਦਾ ਹੈ। ਦੇਖੋ ਜੜ ਉਹਦੇ ਅੰਦਰ ਹੁੰਦੀ ਹੈ ਜ਼ਮੀਨ ਦੇ, ਜਿਹੜਾ ਉਹਦਾ ਪੇਡੂ ਹੈ, ਮੁੱਢ ਹੈ, ਉਹ ਬਾਹਰ ਦਿਸਦਾ ਹੈ। ਫਿਰ ਉਹਦੀਆਂ ਟਾਹਣੀਆਂ ਦਾ ਬੜਾ ਵੱਡਾ ਵਿਸਥਾਰ ਹੋ ਜਾਂਦਾ ਹੈ। ਫਿਰ ਦੇਖੋ ਰੁੱਖ ਨੂੰ ਸੰਗਤ ਜੀ ਪਹਿਲਾਂ ਪੱਤੇ ਲੱਗਦੇ ਹੈ ਟਾਹਣੀਆਂ ਦੇ ਉੱਤੇ, ਫਿਰ ਸਮਾਂ ਪਾ ਕੇ ਉਹਨੂੰ ਫੁੱਲ ਖਿੜਦੇ ਹੈ, ਤੇ ਫਿਰ ਫਲਾਂ ਦੇ ਨਾਲ ਬੜਾ ਹੀ ਫਲੀਭੂਤ ਹੋਇਆ ਦੇਖੀਦਾ ਹੈ। ਤੇ ਫਿਰ ਸੰਗਤ ਜੀ ਉਹਦੇ ਵਿੱਚ ਰਸ ਵੀ ਭਰਿਆ ਫਲਾਂ ਵਿੱਚ। ਇੱਦਾਂ ਕਹਿੰਦੇ ਆ ਫਲਾਂ ਦਾ ਰੰਗ ਵੀ ਔਰ ਉਹਨਾਂ ਪੱਤਿਆਂ ਦਾ ਰੰਗ ਵੀ ਸਵਾਰਿਆ ਹੋਇਆ ਦਿਸਦਾ ਹੈ। ਫਿਰ ਸੰਗਤ ਜੀ ਉਹ ਜਿਹੜਾ ਰੁੱਖ ਹੈ ਨਾ, ਉਹ ਜਿਹਨੂੰ ਫੁੱਲ ਖਿੜਦੇ ਹੈ, ਫੁੱਲਾਂ ਦੇ ਵਿੱਚੋਂ ਕਹਿ ਲਓ ਕਿ ਵਾਸ ਜਿਹੜੀ ਸੁਗੰਧੀ ਹੈ ਇਹ ਨਿਵਾਸ ਕਰਦੀ ਹੈ। ਫਲ ਦੇ ਵਿੱਚ ਵੀ ਸੁਗੰਧੀ ਆਉਂਦੀ, ਜਿਵੇਂ ਅੰਬਾਂ ਦਾ ਹੀ ਫਲ ਕਹਿ ਲਓ, ਤੇ ਜਦੋਂ ਇਹ ਫਲ ਲੱਗਦੇ ਅੰਬਾਂ ਦੇ, ਤੇ ਅੰਬਾਂ ਦੇ ਵਿੱਚੋਂ ਕਿੱਡੀ ਸੋਹਣੀ ਮਹਿਕ ਜੀ ਆਉਂਦੀ ਹੈ। ਚਾਹੇ ਹੋਰ ਵੀ ਬੂਟੇ ਹੈ ਫਲਾਂ ਵਾਲੇ ਜਿਹੜੇ ਹੈ, ਤੇ ਉਹ ਫਲ ਜਦੋਂ ਪਹਿਲਾਂ ਫੁੱਲ ਪੈਂਦਾ, ਫੁੱਲਾਂ ਵਿੱਚੋਂ ਕਈਆਂ ਦੇ ਮਹਿਕ ਆਉਂਦੀ, ਤੇ ਮੁੜ ਕੇ ਜਦੋਂ ਫਲ ਪੈ ਜਾਂਦਾ ਹੈ ਫਿਰ ਫਲ ਦੀ ਵੀ ਆਪਣੀ ਭਾਈ ਮਹਿਕ ਆਉਂਦੀ। ਇੱਦਾਂ ਕਹਿੰਦੇ ਹੈ ਫਲ ਤੇ ਫੁੱਲਾਂ ਵਿੱਚ ਭਾਈ ਮਹਿਕ ਦਾ, ਉਹ ਸੁਗੰਧੀ ਦਾ ਨਿਵਾਸਾ ਹੈ, ਵਾਸਾ ਹੈ। ਤੇ ਫਿਰ ਉਹ ਸੁਗੰਧੀ ਜਿਹੜੀ ਹੈ ਸੁੰਘਣ ਵਾਲਿਆਂ ਦੇ ਮਨ ਵਿੱਚ ਬੜਾ ਉਤਸ਼ਾਹ ਜਿਹਾ ਪੈਦਾ ਕਰਦੀ ਹੈ। ਇੱਦਾਂ ਭਾਈ ਜਿਹੜਾ ਨਿੱਕਾ ਜਿਹਾ ਇੱਕ ਬੀਜ ਸੀ ਨਾ, ਦੇਖੋ ਅੱਗੇ ਹਜ਼ਾਰਾਂ ਨੂੰ ਫਲ ਲੱਗ ਗਏ, ਜਿਹਦੇ ਕਰਕੇ ਵੱਡੇ ਪਰਿਵਾਰ ਵਾਲਾ ਹੋ ਗਿਆ। ਦੇਖੋ ਨਿੱਕਾ ਜਿਹਾ ਬੀਜ ਸੀ ਨਾ, ਉਹ ਬੀਜ ਤੋਂ ਸੰਗਤ ਜੀ ਦੇਖੋ ਅੰਕੁਰ ਪ੍ਰਗਟ ਹੋਇਆ, ਉਹਦੇ ਤੋਂ ਬਾਹਰ ਥੋੜ੍ਹਾ ਜਿਹਾ ਬੂਟਾ ਬਣਿਆ, ਫਿਰ ਉਹਦਾ ਤਣਾ ਬਣਿਆ ਹੈ, ਤਣੇ ਦੇ ਨਾਲ ਟਾਹਣੀਆਂ ਲੱਗੀਆਂ, ਟਾਹਣੀਆਂ ਉੱਤੇ ਪੱਤੇ ਨਿਕਲੇ ਹੈ, ਬੂਟਾ ਵੱਧਦਾ ਪੂਰਾ ਵੱਡਾ ਹੋ ਗਿਆ ਹੈ। ਸਮੇਂ ਅਨੁਸਾਰ ਉਹਨੂੰ ਫਿਰ ਸੰਗਤ ਜੀ ਫੁੱਲ ਪੈ ਗਏ, ਬੂਰ ਪੈ ਗਿਆ, ਫਿਰ ਉਹਨੂੰ ਫਲ ਲੱਗ ਜਾਂਦੇ ਹੈ। ਜਿਹੜਾ ਨਿੱਕਾ ਜਿਹਾ ਬੀਜ ਆਪਾਂ ਬੀਜਿਆ ਸੀ ਨਾ, ਦੁਬਾਰਾ ਫਿਰ ਉਸੇ ਫਲ ਦੇ ਵਿੱਚ ਉਸੇ ਤਰ੍ਹਾਂ ਦਾ ਹੀ ਪਿਆ ਹੁੰਦਾ ਹੈ। ਬੀਜਿਆ ਇੱਕ ਸੀ ਤੇ ਅੱਗੋਂ ਸੰਗਤ ਜੀ ਸੈਂਕੜੇ ਹਜ਼ਾਰਾਂ ਰੂਪ ਹੋ ਕਰਕੇ ਲੱਗ ਜਾਂਦਾ ਹੈ ਉਹ। ਤੋ ਇਸ ਤਰੀਕੇ ਦੇ ਨਾਲ ਇੱਥੇ ਦੱਸਦੇ ਭਾਈ ਗੁਰਦਾਸ ਸਾਹਿਬ ਜੀ, ਦੇਖੋ ਉਹੀ ਨਿੱਕਾ ਜਿਹਾ ਬੀਜ ਫਲ ਦੇ ਵਿੱਚ ਹੀ ਮਿਲਿਆ ਹੁੰਦਾ ਹੈ। ਜਿਹੜੇ ਫਲ ਹੈ ਸੰਗਤ ਜੀ ਅੱਗੋਂ ਹਜ਼ਾਰਾਂ ਹੀ ਫਲ ਬਣ ਜਾਂਦੇ ਹਨ। ਇਸੇ ਤਰੀਕੇ ਨਾਲ ਪ੍ਰਮਾਤਮਾ ਆਪਣਾ ਆਪ ਰੂਪ ਹੋ ਕੇ ਵਰਤ ਰਿਹਾ। ਜਿਵੇਂ ਇੱਕ ਨਿੱਕਾ ਜਿਹਾ ਬੀਜ ਹੈ ਨਾ, ਤੇ ਅੱਗੇ ਦੇਖ ਲਓ ਕਿੰਨਾ ਕੁਝ ਬਣ ਗਿਆ।
ਇਵੇਂ ਕਹਿੰਦੇ ਇੱਕ ਪ੍ਰਮਾਤਮਾ ਆਪਣੇ ਆਪ ਤੋਂ ਹੀ ਅਨੇਕਾਂ ਰੂਪ ਹੋਇਆ ਫਿਰਦਾ ਹੈ, ਅਨੇਕਾਂ ਰੂਪ ਹੋ ਕੇ ਵਰਤਦਾ ਹੈ। ਅਨੇਕ ਭਾਂਤ ਹੋਏ ਪਸਰਿਆ ਸੁਆਮੀ ਸਿਰਜਣਹਾਰ। ਉਹ ਇੱਕ ਓੰਕਾਰ ਪ੍ਰਮਾਤਮਾ ਹੀ ਅਨੇਕਾਂ ਰੂਪ ਹੋ ਕਰਕੇ ਸੰਗਤ ਜੀ ਅੱਗੇ ਵਰਤ ਰਿਹਾ ਹੈ, ਪਸਰ ਰਿਹਾ ਹੈ। ਇੱਦਾਂ ਇੱਥੇ ਫਰਮਾਉਂਦੇ ਨੇ, ਇਹ ਗੱਲ ਨੂੰ ਗੁਰਮੁਖ ਜਾਣ ਲੈਂਦੇ, ਜਿਨ੍ਹਾਂ ਦਾ ਸੁਭਾਅ ਗੁਰਮੁਖ ਹੈ, ਮਨ ਹਮੇਸ਼ਾ ਗੁਰੂ ਵੱਲ ਹੈ, ਜਿਨ੍ਹਾਂ ਦਾ ਮੁਖ ਗੁਰੂ ਵੱਲ ਹੈ, ਜਿਹੜੇ ਗੁਰੂ ਦੇ ਪਿੱਛੇ ਚੱਲਦੇ, ਗੁਰੂ ਦੇ ਬਚਨਾਂ ਵਿੱਚ ਹੀ ਚੱਲਦੇ ਹਨ, ਹਮੇਸ਼ਾ ਗੁਰੂ ਦੀ ਆਗਿਆ ਦੇ ਵਿੱਚ ਹੀ ਰਹਿੰਦੇ ਹੈ, ਅੰਦਰ ਗੁਣਾਂ ਦੇ ਭੰਡਾਰਾ ਭਰਿਆ ਪਿਆ ਹੈ, ਉਹ ਸੁਭਾਅ ਵਾਲੇ ਜਿਹੜੇ ਗੁਰਮੁਖ ਨੇ ਉਹ ਇੱਦਾਂ ਪ੍ਰਮਾਤਮਾ ਨੂੰ ਜਾਣਦੇ ਹੈ ਕਿ ਹਾਂ ਭਾਈ, ਇੱਦਾਂ ਜਿਵੇਂ ਬੂਟੇ ਦਾ ਨਿੱਕਾ ਜਿਹਾ ਬੀਜ ਕਿੱਡਾ ਵੱਡਾ ਪਸਾਰਾ ਕਰ ਲੈਂਦਾ ਹੈ, ਇੱਦਾਂ ਹੀ ਪ੍ਰਮਾਤਮਾ ਨੇ ਆਪਣੇ ਆਪ ਤੋਂ ਹੀ ਆ ਸਾਰਾ ਪਸਾਰਾ ਕੀਤਾ ਹੋਇਆ ਹੈ। ਇੱਦਾਂ ਜਾਣਦੇ ਹੈ, ਜਿਸ ਕਰਕੇ ਉਹਨਾਂ ਦਾ ਗੁਰਮੁਖਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਜਿਹੜੇ ਮਨਮੁਖ ਲੋਕ ਹੈ ਉਹ ਆਪਣਾ ਜੀਵਨ ਸੰਗਤ ਜੀ ਖਰਾਬ ਕਰਕੇ ਚਲੇ ਜਾਂਦੇ ਹਨ। ਇੱਦਾਂ ਭਾਈ ਗੁਰਦਾਸ ਸਾਹਿਬ ਜੀ ਗੁਰਬਾਣੀ ਦੇ ਗੁੱਝੇ ਰਹੱਸਾਂ ਨੂੰ ਸਮਝਾਉਂਦੇ ਹਨ। ਇਹਦਾ ਅੰਤਰੀ ਭਾਵ ਫੇਰ ਸੁਣੋ। ਜਿਵੇਂ ਭਾਈ ਨਿੱਕਾ ਜਿਹਾ ਬੀਜ ਬੀਜੀ ਤੇ ਏਡਾ ਵੱਡਾ ਰੁੱਖ ਬਣ ਗਿਆ, ਤਿਵੇਂ ਹੀ ਭਾਈ ਜੋ ਕਹਿ ਲਓ ਕਿ ਪਰਮਾਤਮਾ ਦੀ ਸੱਤਾ ਹੈ, ਚੇਤਨ ਸੱਤਾ, ਇਹ ਵੀ ਕਹਿ ਲਓ ਉਸ ਵਾਹਿਗੁਰੂ ਨੇ ਬੀਜ ਬੀਜਿਆ ਆਪਣੇ ਆਪ ਤੋਂ, ਜਾਂ ਜਿਹੜਾ ਈਸ਼ਵਰ ਹੈ ਇਹ ਬੀਜ ਦੀ ਨਿਆਈ ਹੈ, ਇਹ ਬੀਜਣਾ ਕੀਤਾ ਵਾਹਿਗੁਰੂ ਪਰਮੇਸ਼ਰ ਨੇ ਆਪ ਹੀ। ਤੇ ਫਿਰ ਉਹ ਜਿਹੜਾ ਈਸ਼ਵਰ ਹੈ ਉਹ ਅੱਗੇ ਬੜਾ ਵੱਡਾ ਬਿਰਖ ਬਣ ਜਾਂਦਾ, ਵਿਰਾਟ ਰੂਪ ਧਾਰਨ ਕਰ ਲੈਂਦਾ ਹੈ ਤੇ ਆਪਣਾ ਆਪ ਭਾਈ ਬੜਾ ਵੱਡਾ ਵਿਸਤਾਰ ਕਰ ਲੈਂਦਾ। ਅਧਿਆਤਮ ਪ੍ਰਕਾਸ਼ ਪੁਸਤਕ ਵਿੱਚ ਗ੍ਰੰਥ ਵਿੱਚ ਲਿਖਿਆ ਹੈ ਕਿ ਆਹ ਜਿਹੜਾ ਉੱਪਰ ਆਕਾਸ਼ ਹੈ ਇਹ ਈਸ਼ਵਰ ਦਾ ਸਿਰ ਹੈ, ਜਿਹੜਾ ਸੂਰਜ ਤੇ ਚੰਦਰਮਾ ਹੈ ਇਹ ਦੋਨੇ ਭਾਈ ਉਹਦੀਆਂ ਅੱਖਾਂ ਹਨ। ਫਿਰ ਇਸੇ ਤਰੀਕੇ ਦੇ ਨਾਲ ਜਿਹੜੀ ਅੱਗ ਹੈ ਇਹ ਈਸ਼ਵਰ ਦਾ ਮੁੱਖ ਰੱਖਿਆ ਹੋਇਆ ਹੈ। ਜਿਹੜਾ ਪਤਾਲ ਹੈ, ਹੇਠਲਾ ਲੋਕ ਹੈ, ਉਹ ਈਸ਼ਵਰ ਦੇ ਪੈਰ ਮੰਨੇ ਹੋਏ ਹਨ। ਆ ਜਿੰਨੀ ਬਨਾਸਪਤੀ ਹੈ ਇਹ ਉਹਦੇ ਰੋਮ ਮੰਨੇ ਹੋਏ ਹੈ। ਆ ਵੱਡੇ ਵੱਡੇ ਪਹਾੜ ਆਦਿਕ ਜਿਹੜੇ ਹੈ ਇਹ ਉਹਦੀਆਂ ਹੱਡੀਆਂ ਆਦਿਕ ਮੰਨੀਆਂ ਹੋਈਆਂ ਹਨ। ਇੱਦਾਂ ਕਰਕੇ ਉਹਦੇ ਵਿੱਚ ਈਸ਼ਵਰ ਦਾ ਸਰੂਪ ਕਥਨ ਕੀਤਾ ਹੈ। ਜੋ ਪਰਮਾਤਮਾ ਆਪਣੇ ਤੋਂ ਅੱਗੇ ਪਸਾਰਾ ਕਰਦਾ ਹੈ ਨਾ, ਉਹਨੂੰ ਈਸ਼ਵਰ ਕਹਿ ਦਿੱਤਾ। ਆਪ ਪਰਮਾਤਮਾ ਆਪ ਤਾਂ ਨਿਰਾਕਾਰ, ਉਹਦਾ ਕੋਈ ਆਕਾਰ ਨਹੀਂ ਹੈ, ਪਰ ਜਦੋਂ ਉਹਨੇ ਆਕਾਰ ਬਣਾਉਣਾ ਹੈ ਤਾਂ ਫਿਰ ਆਪਣੇ ਆਪ ਤੋਂ ਹੀ ਇੱਕ ਆ ਸਰੂਪ ਬਣਾਉਂਦਾ ਹੈ। ਇਹਨੂੰ ਸਰਗੁਣ ਸਰੂਪ ਕਹਿ ਲਓ, ਈਸ਼ਵਰ ਦਾ ਸਰੂਪ ਕਹਿ ਲਓ, ਜਾਂ ਇਹਨੂੰ ਵਿਰਾਟ ਸਰੂਪ ਵੀ ਕਹਿ ਦਿੰਦੇ ਹਨ, ਵੱਡਾ ਸਰੂਪ ਪਰਮਾਤਮਾ ਦਾ। ਤੋ ਕਹਿੰਦੇ ਈਸ਼ਵਰ ਨੇ ਫਿਰ ਆਪਣਾ ਸਰੂਪ ਧਾਰਨ ਕੀਤਾ। ਇਹਦੇ ਵਿੱਚ ਅਨੇਕਾਂ ਭਾਈ ਆ ਸਮੁੰਦਰ ਹੋ ਗਏ, ਧਰਤੀਆਂ ਹੋ ਗਈਆਂ, ਗ੍ਰਹਿ ਹੋ ਗਏ, ਤਾਰੇ ਹੋ ਗਏ, ਅਨੇਕਾਂ ਬ੍ਰਹਿਮੰਡ ਹੋ ਗਏ, ਇਹ ਸਾਰਾ ਵਿਸਥਾਰ ਕੀਤਾ ਹੈ। ਹੁਣ ਦੇਖੋ ਕਹਿੰਦੇ ਹੈ ਕਿ ਜਿਵੇਂ ਰੁੱਖ ਦੀ ਜਿਹੜੀ ਜੜ੍ਹ ਹੈ ਉਹ ਤਾਂ ਨਹੀਂ ਸਾਨੂੰ ਦੀਦੀ, ਬਾਹਰ ਰੁੱਖ ਸਾਨੂੰ ਦਿਸਦਾ ਹੈ। ਇਸੇ ਤਰੀਕੇ ਦੇ ਨਾਲ ਜੜ ਰੂਪ ਤਾਂ ਵਾਹਿਗੁਰੂ ਪਰਮਾਤਮਾ ਆਪ ਹੀ ਹੈ। ਪਰਮਾਤਮਾ ਨਹੀਂ ਦਿਸਦਾ, ਜਿਵੇਂ ਰੁੱਖ ਦੀ ਜੜ ਨਹੀਂ ਨਾ ਦਿਖਦੀ, ਬਾਹਰ ਉਹਦਾ ਤਣਾ, ਫੁੱਲ, ਫਲ, ਪੱਤੇ, ਟਾਹਣੀਆਂ ਸਾਰਾ ਕੁਝ ਦਿਸਦਾ ਹੈ, ਪਰ ਜੜ ਉਹਦੀ ਜ਼ਮੀਨ ਦੇ ਅੰਦਰ ਹੈ। ਇੱਦਾਂ ਹੀ ਆ ਜੋ ਬਾਹਰ ਆਪਾਂ ਸਾਰਾ ਪਸਾਰਾ ਦੇਖਦੇ ਪਏ ਹੈ ਪਰਮਾਤਮਾ ਦਾ ਹੀ ਸਰੂਪ ਹੈ, ਪਰ ਇਹਦੇ ਵਿੱਚ ਜਿਹੜਾ ਪਰਮਾਤਮਾ ਹੈ ਉਹ ਜੜ ਰੂਪ ਹੈ, ਸੱਤਾ ਰੂਪ ਹੈ, ਉਹ ਨਹੀਂ ਦਿਸਦਾ। ਹੁਣ ਆਪਾਂ ਬੈਠੇ ਹਾਂ, ਤੁਰਦੇ ਹਾਂ, ਬੋਲਦੇ ਹਾਂ, ਖਾਂਦੇ ਹਾਂ, ਪੀਂਦੇ ਹਾਂ, ਹਰਕਤ ਹੋ ਰਹੀ ਸਰੀਰ ਅੰਦਰ, ਇਹ ਹਰਕਤ ਵਾਹਿਗੁਰੂ ਦੀ ਸੱਤਾ ਕਰਕੇ ਹੋ ਰਹੀ ਹੈ। ਰੁੱਖ ਹੈ, ਵਾਧਾ ਹੈ, ਉਹਨੂੰ ਕੱਟੀ ਜਾਓ ਤੋਂ ਜਿੰਨਾ ਮਰਜ਼ੀ ਛਾਂਗੀ ਜਾਓ ਓਨਾ ਹੀ ਜ਼ਿਆਦਾ ਅੱਗੇ ਤੋਂ ਅੱਗੇ ਫਲੀ ਫੁੱਲੀ ਜਾਂਦਾ। ਕਿਉਂ? ਕਿਉਂਕਿ ਉਹਦੀ ਜੜ ਹੈ। ਜੜ ਪੁੱਟ ਦਿਓ ਤੇ ਮੁੜ ਕੇ ਨਹੀਂ ਹੁੰਦਾ। ਇੱਦਾਂ ਹੀ ਆਪਣੇ ਅੰਦਰ ਆਪਾਂ ਬਿਮਾਰ ਹੁੰਦੇ ਹਾਂ, ਦੁਬਾਰਾ ਫਿਰ ਠੀਕ ਹੋ ਜਾਈਦਾ ਹੈ। ਕੋਈ ਚੀਜ਼ਾਂ ਤਾਕਤ ਵਾਲੀਆਂ ਖਾਂਦੇ ਹਾਂ, ਸਰੀਰ ਵਿੱਚ ਤਾਕਤ ਭਰ ਜਾਂਦੀ ਹੈ। ਤਰ੍ਹਾਂ ਤਰ੍ਹਾਂ ਕਰਕੇ ਆਪਾਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਾਂ, ਅੱਗੇ ਤੋਂ ਅੱਗੇ ਹੋਰ ਨਿੱਘਰ ਕੇ ਆਉਂਦੇ ਹਾਂ। ਪਰ ਜੇਕਰ ਅੰਦਰੋਂ ਸਾਡੇ ਵਾਹਿਗੁਰੂ ਸੱਤਾ ਹੀ ਖਿੱਚ ਲਵੇ ਫਿਰ ਇਹ ਕੁਝ ਨਹੀਂ ਹੋ ਸਕਦਾ। ਕਈ ਵਾਰੀ ਅਨੇਕਾਂ ਆਪਾਂ ਮੌਤ ਦੇ ਮੂੰਹ ਦੇ ਵਿੱਚੋਂ ਕਈ ਵਾਰੀ ਨਿਕਲ ਕੇ ਬਾਹਰ ਆਉਂਦੇ ਹਾਂ।
ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਬਹੁਤ ਵਾਰੀ ਕੁਝ ਹੋਇਆ ਵੀ ਸਾਨੂੰ ਇੰਝ ਮਹਿਸੂਸ ਹੋਇਆ ਵੀ ਲੱਗਦਾ ਹੁਣ ਤਾਂ ਸਾਡੀ ਮੌਤ ਹੀ ਹੈ, ਇਹ ਤੋਂ ਬਾਅਦ ਕੁਝ ਨਹੀਂ, ਪਰ ਆਪਾਂ ਫੇਰ ਬਾਅਦ ਜਾਂਦੇ। ਪਰ ਜਦੋਂ ਸਾਡੇ ਅੰਦਰੋਂ ਵਾਹਿਗੁਰੂ ਆਪਣੀ ਸੱਤਾ ਖਿੱਚ ਹੀ ਲਵੇ, ਫਿਰ ਇਹ ਸਰੀਰ ਢੇਰੀ ਹੋ ਜਾਂਦਾ। ਉਸੇ ਸਮੇਂ ਨਾ ਬੋਲ ਸਕਦਾ, ਨਾ ਕੁਝ ਕਹਿ ਸਕਦਾ, ਨਾ ਖਾ ਸਕਦਾ, ਨਾ ਕੁਝ ਸੁਣ ਸਕਦਾ ਹੈ। ਉਸ ਸਮੇਂ ਫਿਰ ਕਾਢੋ ਹੋਈ ਪੱਟੇ 'ਤੇ ਰੱਖ ਕੇ ਮੜੀਆਂ 'ਚ ਲਿਜਾ ਕੇ ਤੇ ਸਾੜ ਕੇ ਸਵਾਹ ਕਰ ਦਿੱਤਾ ਜਾਂਦਾ ਹੈ। ਇਹਦੋਂ ਪਰੇ ਕੋਈ ਗੱਲ ਨਹੀਂ, ਹੋਰ ਕੀ ਹੋਵੇਗਾ। ਤੇ ਇਹ ਹੁਣ ਜਿੰਨਾ ਚਿਰ ਅਸੀਂ ਜਿਉਂਦੇ ਆ, ਹਰਕਤ ਹੋ ਰਹੀ, ਇਹ ਵਾਹਿਗੁਰੂ ਦੀ ਸੱਤਾ ਕਰਕੇ ਹੈ ਵੀ ਉਹ ਜੜ ਸਾਡੇ ਅੰਦਰ ਹੈ। ਜੜ ਰੁੱਖ ਦੀ ਦਿਸਦੀ ਨਹੀਂ ਪਰ ਹੁੰਦੀ ਹੈ। ਇੱਦਾਂ ਹੀ ਪ੍ਰਮਾਤਮਾ ਦਿਸਦਾ ਨਹੀਂ ਹੈ ਪਰ ਪ੍ਰਮਾਤਮਾ ਹੈਗਾ ਹੈ। ਪਰ ਜਦੋਂ ਆਪਣੀ ਸੱਤਾ ਖਿੱਚਦਾ ਹੈ ਬਾਹਰ, ਉਸ ਸਮੇਂ ਫਿਰ ਇਹ ਸਰੀਰ ਸਾਡਾ ਮਿੱਟੀ ਦੀ ਢੇਰੀ ਬਣ ਜਾਂਦਾ। ਤੋ ਇੱਥੇ ਦੱਸਦੇ ਨੇ ਕਿ ਭਾਈ ਇੱਦਾਂ ਪ੍ਰਮਾਤਮਾ ਅੰਦਰ ਹੈ ਸਾਰਿਆਂ ਦੇ ਬੈਠਾ ਹੋਇਆ, ਜੜ ਦੇ ਵਾਂਗ ਬਾਹਰੋਂ ਆ ਸਰੀਰਾਂ ਆਦਿਕਾਂ ਦਾ, ਆਕਾਸ਼ ਦਾ, ਹੋਰ ਅਨੇਕਾਂ ਤਰ੍ਹਾਂ ਚੀਜ਼ਾਂ ਦਾ ਪਸਾਰਾ ਕੀਤਾ ਹੈ। ਹਾਂ, ਬੜੀਆਂ ਟਾਹਣੀਆਂ ਨੇ ਭਾਈ ਆ ਬ੍ਰਹਿਮੰਡਾਂ ਰੂਪੀ ਕਹਿ ਲਓ। ਅਨੇਕਾਂ ਉੱਤੇ ਗ੍ਰਹਿ ਬਣੇ ਹੋਏ ਨੇ ਆ ਬ੍ਰਹਿਮੰਡ ਦੇ ਵਿੱਚ, ਤੇ ਸਾਰੀਆਂ ਕਹਿ ਲਓ ਟਾਹਣੀਆਂ ਹੀ ਨੇ ਇੱਕ ਤਰ੍ਹਾਂ ਕਰਕੇ ਵੱਡੀਆਂ ਵੱਡੀਆਂ ਪ੍ਰਮਾਤਮਾ ਦੀਆਂ ਪੈਦਾ ਕੀਤੀਆਂ। ਜਾਂ ਇਸੇ ਤਰ੍ਹਾਂ ਸਾਡੇ ਸਰੀਰਾਂ ਦੇ ਅੰਦਰ ਭਾਈ ਜਿਹੜੇ ਕਹਿ ਲਓ ਕਿ ਚੰਗੇ ਗੁਣ ਹੈ, ਕਰੁਣਾ, ਮੁਦਤਾ, ਮੈਤਰੀ, ਉਪੇਖਿਆ, ਇਹੋ ਜਿਹੇ ਜਿਹੜੇ ਗੁਣ ਹੈ ਇਹ ਮਾਨੋ ਟਾਹਣੀਆਂ ਦੀ ਨਿਆਈ ਹਨ। ਫਿਰ ਜਿਵੇਂ ਬੂਟਾ ਪੱਤਿਆਂ, ਫੁੱਲਾਂ ਤੇ ਫਲਾਂ ਕਰਕੇ ਬੜਾ ਪ੍ਰਫੁੱਲਤ ਹੁੰਦਾ ਹੈ, ਤਿਵੇਂ ਭਾਈ ਆ ਜੋ ਸਾਡਾ ਜੀਵਨ ਹੈ ਇਹ ਵੀ ਪੱਤੇ ਕਿਹੜੇ ਹੈ ਜਿਹੜਾ ਆਪਾਂ ਕਰਮ ਕਰਦੇ ਹਾਂ, ਤੇ ਫੁੱਲ ਕਿਹੜੇ ਹੈ ਜਿਹੜੀ ਕੋਈ ਆਪਾਂ ਪੂਜਾ ਕਰਦੇ ਹਾਂ, ਫਲ ਕਿਹੜਾ ਹੈ ਜਿਹੜਾ ਕੋਈ ਸਾਨੂੰ ਗਿਆਨ ਹੁੰਦਾ ਹੈ। ਇਹਦੇ ਕਰਕੇ ਭਾਈ ਇਹ ਫਲਦਾ ਹੈ। ਤੇ ਫਿਰ ਭਾਈ ਜਿਹੜਾ ਅੰਦਰ ਆਤਮਿਕ ਆਨੰਦ ਪ੍ਰਾਪਤ ਹੋਣਾ ਹੈ ਇਹ ਰਸ ਹੋ ਗਿਆ ਹੈ, ਇਹਦੇ ਨਾਲ ਭਾਈ ਨੂੰ ਸਵਾਰਿਆ ਹੋਇਆ ਹੈ। ਫਿਰ ਜਿਵੇਂ ਬੂਟੇ ਦੇ ਵਿੱਚੋਂ ਮਹਿਕ ਨਿਕਲਦੀ ਹੈ ਤੇ ਨੇੜੇ ਆਉਣ ਵਾਲੇ ਨੂੰ ਬੜੀ ਸੁਗੰਧੀ ਆਉਂਦੀ, ਬੜਾ ਖੁਸ਼ ਹੁੰਦਾ ਹੈ ਮਹਿਕਾਂ ਲੈਣ ਵਾਲਾ ਮਨੁੱਖ, ਤਿਵੇਂ ਭਾਈ ਆ ਸੰਸਾਰ ਦੇ ਅੰਦਰ ਵੀ ਪ੍ਰਮਾਤਮਾ ਦੀ ਜੋਤ ਵਰਤ ਰਹੀ ਹੈ ਕਣ ਕਣ ਵਿੱਚ, ਤੇ ਉਹਦੀ ਹੋਈ ਮਹਿਕ ਫੈਲੀ ਹੋਈ ਹੈ ਪ੍ਰਮਾਤਮਾ ਦੀ। ਜਾਂ ਆ ਮਨੁੱਖਾ ਸਰੀਰ ਅੰਦਰ ਸਾਡੇ ਅੰਦਰ, ਕਿਉਂਕਿ ਆ ਸਰੀਰ ਵੀ ਸਾਡਾ ਇੱਕ ਬ੍ਰਹਿਮੰਡ ਹੀ ਆ। ਬਾਣੀ 'ਚ ਆਪਾਂ ਪੜ੍ਹਦੇ ਹਾਂ, ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਕੁਝ ਹੈ ਸੋ ਪਾਵੈ। ਆ ਜੋ ਕੁਝ ਆਪਾਂ ਬਾਹਰ ਬ੍ਰਹਿਮੰਡ 'ਚ ਦੇਖ ਰਹੇ ਹਾਂ ਨਾ, ਇਹ ਬ੍ਰਹਿਮੰਡ ਇੱਕ ਸਾਡਾ ਸਰੀਰ ਹੀ ਹੈ। ਜਿਵੇਂ ਸਾਡਾ ਸਰੀਰ ਹੈ ਤੇ ਇਹ ਸਰੀਰ ਦੇ ਅੰਦਰ ਦੇਖੋ ਜੋ ਕੁਝ ਵੀ ਆਪਾਂ ਦੇਖ ਲਈਏ, ਪੇਟ ਹੈ ਨਾ, ਪਾਣੀ ਨਾਲ ਭਰਿਆ ਪਿਆ ਹੈ। ਸਾਡੇ ਸਰੀਰ ਵਿੱਚ 70 ਤੋਂ 75% ਕਹਿੰਦੇ ਪਾਣੀ ਹੁੰਦਾ ਹੈ। ਤੇ ਇਸੇ ਤਰ੍ਹਾਂ ਬਾਹਰ ਦੇਖ ਲਓ, ਆ ਧਰਤੀ ਤਾਂ ਥੋੜ੍ਹੀ ਜਿਹੀ ਹੈ ਤੇ ਸਾਰੇ ਸਮੁੰਦਰ, ਨਹਿਰਾਂ, ਦਰਿਆ ਆਦਿਕ ਪਾਣੀ ਨਾਲ ਹੀ ਭਰੇ ਪਏ ਹਨ। ਉਹ ਸਾਰਾ ਜੋ ਕੁਝ ਆਪਾਂ ਬਾਹਰ ਦੇਖਦੇ ਹਾਂ ਨਾ, ਇਹ ਸਾਰਾ ਕੁਝ ਬਾਣੀ ਸਾਨੂੰ ਕਹਿੰਦੀ ਹੈ ਕਿ ਸਾਡੇ ਅੰਦਰ ਵੀ ਹੈ। ਇਹ ਬ੍ਰਹਿਮੰਡ, ਹਰੇਕ ਸਰੀਰ ਅੰਦਰ ਇੱਕ ਬ੍ਰਹਿਮੰਡ ਲੁਕਿਆ ਹੋਇਆ ਹੈ। ਕਰੋੜਾਂ ਬ੍ਰਹਿਮੰਡ ਹੈ, ਕਰੋੜਾਂ ਸਰੀਰ ਨੇ ਤਾਂ ਕਰੋੜਾਂ ਬ੍ਰਹਿਮੰਡ ਨੇ। ਤੋ ਇੱਦਾਂ ਕਰਕੇ ਬਾਈਆ ਸਰੀਰ ਵੀ ਇੱਕ ਬ੍ਰਹਿਮੰਡ ਹੈ। ਇਹਦੇ ਵਿੱਚੋਂ ਆਪਾਂ ਆਖਾਂਗੇ ਜੀ ਸੂਰਜ ਚੰਦਰਮਾ ਕਿੱਥੇ ਹੈ, ਤਾਂ ਜਿਹੜੀਆਂ ਸਾਡੀਆਂ ਅੱਖਾਂ ਨੇ ਇਹ ਸੂਰਜ ਤੇ ਚੰਦਰਮਾ ਦੀ ਨਿਆਈ ਹੋਈ ਹੈ। ਸੂਰਜ ਚੜ੍ਹਦਾ ਤਾਂ ਸਾਨੂੰ ਦਿਸਦਾ, ਚੰਦਰਮਾ ਹੈ ਰਾਤ ਨੂੰ ਤਾਂ ਹੀ ਤਾਂ ਰਾਤ ਨੂੰ ਕੁਝ ਦਿਸੇਗਾ, ਜੇ ਚੰਦਰਮਾ ਹੈ ਹੀ ਨਹੀਂ ਤੇ ਫਿਰ ਦਿਸਣਾ ਕਿੱਥੇ। ਇਸੇ ਤਰ੍ਹਾਂ ਭਾਈ ਆ ਅੱਖਾਂ ਨੇ ਸਾਡੀਆਂ ਤਾਂ ਹੀ ਕੁਝ ਦਿਸੇਗਾ, ਇਹ ਸੂਰਜ ਤੇ ਚੰਦਰਮਾ ਦੀ ਨਿਆਈ ਹੋਈ ਹਨ। ਇੱਦਾਂ ਕਰਕੇ ਆ ਜਿਹੜੇ ਸਾਡੇ ਸਰੀਰ ਤੇ ਉੱਤੇ ਰੋਮ ਨੇ, ਇਹਨਾਂ ਦੀ ਗਿਣਤੀ ਕੋਈ ਨਹੀਂ ਹੈ, ਕਿਤੇ 3.5 ਨੀਲ ਲਿਖੇ ਹੋਏ ਹੈ, ਕਰੋੜਾਂ ਨੇ। ਇਹ ਜਿੰਨੀ ਆ ਧਰਤੀ ਦੇ ਬਨਸਪਤੀ ਹੈ, ਆ ਬੂਟੇ ਨੇ, ਘਾਹ ਹੈ, ਇਹ ਮੰਨੋ ਕਿ ਸਾਡੇ ਸਰੀਰ ਤੇ ਰੋਮ ਹੋ ਗਏ। ਭਾਵ ਆ ਜੋ ਕੁਝ ਬਾਹਰ ਆਪਾਂ ਦੇਖਦੇ ਹਾਂ ਸਾਰਾ ਕੁਝ ਹੈ ਬ੍ਰਹਿਮੰਡ ਵਿੱਚ। ਤਾਂ ਇੱਥੇ ਦੱਸਦੇ ਹੈ ਕਿ ਜਿਵੇਂ ਭਾਈ ਬਾਹਰ ਸਨ ਇਹ ਸਾਰਾ ਕੁਝ, ਤਿਵੇਂ ਸਾਡੇ ਸਰੀਰ ਅੰਦਰ ਹੈ। ਵਾਸ ਨਿਵਾਸ ਉਲਾਸ ਕਰ, ਇਸੇ ਤਰ੍ਹਾਂ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮਾਤਮਾ ਦੀ ਭਗਤੀ ਦੀ ਸੁਗੰਧੀ ਹੈ, ਭਗਤੀ ਦੀ ਸੁਗੰਧੀ ਨੇ ਅੰਦਰ ਕਹਿ ਲਓ ਕਿ ਨਿਵਾਸਾ ਕੀਤਾ ਹੋਇਆ ਹੈ, ਉਹਨਾਂ ਦੇ ਮਨ ਦੇ ਵਿੱਚ ਸਦਾ ਫਿਰ ਸੰਗਤ ਜੀ ਉਲਾਸ,
ਖੁਸ਼ੀ ਦੇ ਖੇੜਾ ਹੀ ਚੜ੍ਹਿਆ ਰਹਿੰਦਾ ਹੈ। ਬਾਕੀ ਤਾਂ ਆਪਾਂ ਸਾਰੇ ਗਮਾਂ 'ਚ ਹੀ ਪਏ ਹੋਏ ਹਾਂ। ਸਾਡਾ ਉੱਠਣਾ ਵੀ ਗਮਾਂ 'ਚ, ਸਾਡਾ ਖਾਣਾ ਵੀ ਚਿੰਤਾ ਵਿੱਚ, ਜੇ ਕਿਤੇ ਬਾਹਰ ਅੰਦਰ ਜਾਂਦੇ ਉੱਥੇ ਵੀ ਚਿੰਤਾ, ਜੇ ਰਾਤ ਨੂੰ ਆ ਕੇ ਘੜੀ ਸੌਣਾ ਤੇ ਉਹ ਵੀ ਚਿੰਤਾ ਦੇ ਵਿੱਚ ਹੈ। ਹਰ ਸਮੇਂ ਆਪਾਂ ਚਿੰਤਾ ਦੇ ਨਾਲ ਗਰਸੇ ਪਏ ਹਾਂ। ਕੋਈ ਨਾ ਕੋਈ ਅੰਦਰ ਫਿਕਰ ਪਿਆ ਹੀ ਹੋਇਆ ਹਰੇਕ ਮਨੁੱਖ ਨੂੰ। ਤੇ ਹੁਣ ਚਿੰਤਾ ਤੋਂ ਜਿਹੜਾ ਰਹਿਤ ਹੋ ਗਿਆ, ਉਹਦੇ ਅੰਦਰ ਤਾਂ ਫਿਰ ਆਪੇ ਖੁਸ਼ੀ ਆਉਣੀ ਆਉਣੀ ਹੈ ਨਾ। ਤੋ ਜਿਹੜੇ ਅੰਦਰ ਪ੍ਰਮਾਤਮਾ ਦੀ ਭਗਤੀ ਦੀ ਮਹਿਕ ਆ ਗਈ ਹੈ, ਉਹ ਅੰਦਰੋਂ ਚਿੱਤ ਉਹਦਾ ਖੇੜੇ ਵਿੱਚ ਆ ਗਿਆ ਹੈ। ਜਿਵੇਂ ਨਿੱਕਾ ਜਿਹਾ ਬੀਜ ਬੀਜਿਆ ਤੇ ਮੁੜ ਕੇ ਦੇਖੋ ਅੱਗੇ ਕਿੰਨੇ ਨੂੰ ਫਲ ਲੱਗੇ ਹੈ ਤੇ ਕਿੰਨਾ ਹਜ਼ਾਰਾਂ ਪਰਿਵਾਰਾਂ ਵਾਲਾ ਬਣ ਗਿਆ ਅੱਗੇ। ਕਹਿੰਦੇ ਤਿਵੇਂ ਹੀ ਜਿਹਦੇ ਅੰਦਰ ਭਾਈ ਭਗਤੀ ਲੱਗ ਗਈ ਹੈ, ਨਾਮ ਦਾ ਬੀਜ ਬੀਜਿਆ ਗਿਆ ਹੈ, ਉਹਦੇ ਅੰਦਰ ਫਿਰ ਗੁਣਾਂ ਦਾ ਬੇਅੰਤ ਵੱਡਾ ਪਰਿਵਾਰ ਬਣ ਜਾਂਦਾ ਹੈ। ਜਿਵੇਂ ਭਾਈ ਫਲ ਦੇ ਵਿੱਚ ਬੀ ਮਿਲਿਆ ਹੁੰਦਾ ਹੈ, ਤਿਵੇਂ ਹੀ ਜਿਹੜੇ ਬ੍ਰਹਮ ਬੇਤੇ ਹੈ ਨਾ, ਇਹਨਾਂ ਵਿੱਚ ਪ੍ਰਮਾਤਮਾ ਮਿਲਿਆ ਹੀ ਰਹਿੰਦਾ ਹੈ। ਤੇ ਜਿਵੇਂ ਇੱਕ ਫਲ ਤੋਂ ਅੱਗੇ ਹਜ਼ਾਰਾਂ ਫਲ ਹੋ ਜਾਂਦੇ ਹੈ, ਤਿਵੇਂ ਇੱਕ ਬ੍ਰਹਮ ਗਿਆਨੀ ਅੱਗੇ ਹਜ਼ਾਰਾਂ ਬ੍ਰਹਮ ਗਿਆਨੀਆਂ ਨੂੰ ਜਨਮ ਦੇ ਦਿੰਦਾ ਹੈ। ਗੱਲ ਕੀ ਭਾਈ ਉਹ ਵਾਹਿਗੁਰੂ ਪ੍ਰਮਾਤਮਾ ਆਪਣਾ ਆਪ ਰੂਪ ਹੋ ਕਰਕੇ ਵਰਤ ਰਿਹਾ ਹੈ। ਪਰ ਗੁਰਮੁਖ ਜਿਹੜੇ ਹੈ ਉਹ ਐਸਾ ਨਿਸ਼ਚਾ ਕਰਦੇ ਹੈ, ਜਿਸ ਕਰਕੇ ਭਾਈ ਉਹਨਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਤੇ ਜਿਹੜੇ ਮਨਮੁਖ ਨੇ ਉਹ ਇਹਨਾਂ ਗੱਲਾਂ ਨੂੰ ਸਮਝ ਨਹੀਂ ਪਾਉਂਦੇ। ਉਹ ਬਸ ਉਹ ਆਪਣੀ ਮੂਰਖਤਾਈ ਕਰਕੇ ਮੂਰਖਾਂ ਵਾਲੀਆਂ ਗੱਲਾਂ ਕਰਦੇ ਰਹਿੰਦੇ। ਕਹਿੰਦੇ ਕਿੱਥੇ ਰੱਬ ਹੈ, ਹੈਗਾ ਤਾਂ ਦਿਖਾਓ। ਅਨੇਕਾਂ ਹਜ਼ਾਰਾਂ ਦੇਖੋ ਸਾਡੇ ਸਾਹਮਣੇ ਉਦਾਹਰਨਾਂ ਨੇ। ਪਰ ਉਹ ਮੂਰਖ ਬੰਦਾ ਜਿਹੜਾ ਹੈ ਨਾ, ਉਹਦੇ ਅੰਦਰ ਹੱਠ ਵਾਲੀ ਬਿਰਤੀ ਐਸੀ ਹੁੰਦੀ, ਉਹ ਕਹਿੰਦਾ ਮੈਂ ਨਾ ਮੰਨੋ, ਤੂੰ ਜੋ ਮਰਜ਼ੀ ਕਹਿ ਲਾ, ਮੈਂ ਨਹੀਂ ਮੰਨਣਾ ਹੈ। ਤੇ ਉਹਨਾਂ ਸਾਹਮਣੇ ਜਿਵੇਂ ਕਹਿ ਲਓ ਉੱਲੂ ਦੇ ਸਾਹਮਣੇ ਹਜ਼ਾਰਾਂ ਸੂਰਜ ਚੜ੍ਹ ਜਾਣ, ਉਹਨੂੰ ਕਾਹਦਾ ਚਾਨਣ ਹੋਣਾ। ਇਹਦਾ ਮੂਰਖ ਬੰਦੇ ਦੇ ਸਾਹਮਣੇ ਹਜ਼ਾਰਾਂ ਦ੍ਰਿਸ਼ਟਾਂਤ ਪ੍ਰਮਾਣ ਦੇ ਦਿਓ ਰੱਬ ਦੇ ਬਾਰੇ ਦੱਸਣ ਲੱਗਿਆ, ਉਹਨੇ ਜਿਹਨੇ ਮੰਨਣਾ ਹੀ ਨਹੀਂ ਤੇ ਉਹਨੇ ਮੰਨਣਾ ਹੀ ਨਹੀਂ ਹੈ। ਤੋ ਇਸ ਤਰ੍ਹਾਂ ਭਾਈ ਜਿਹੜੇ ਮਨਮੁਖ ਹੈ ਉਹ ਆਪਣਾ ਜੀਵਨ ਖਰਾਬ ਕਰ ਜਾਂਦੇ ਹੈ, ਤੇ ਗੁਰਮੁਖ ਇੱਦਾਂ ਸਮਝ ਕੇ ਆਪਣੇ ਜੀਵਨ ਨੂੰ ਸਫਲ ਕਰ ਲੈਂਦੇ ਹਨ। ਅੱਗੇ ਭਾਈ ਕਪਾਹ ਦਾ ਦ੍ਰਿਸ਼ਟਾਂਤ ਦੇ ਕੇ ਨਾ ਤੇ ਫਿਰ ਪ੍ਰਮਾਤਮਾ ਬਾਰੇ ਗੱਲ ਸਾਨੂੰ ਸਮਝਾਉਂਦੇ ਕਿ ਪ੍ਰਮਾਤਮਾ ਕਿਵੇਂ ਇੱਕ ਤੋਂ ਅਨੇਕ ਰੂਪ ਹੋਇਆ ਹੈ। ਦੱਸਦੇ ਹੈ, ਕਹਿੰਦੇ ਦੇਖੋ ਜਿਵੇਂ ਕਪਾਹ ਹੈ ਤੇ ਕਪਾਹ ਦਾ ਕਹਿੰਦੇ ਕੱਤੀ ਜਾਂਦੀ ਹੈ, ਜੁਲਾਹੇ ਕੱਤਦੇ ਹੈ ਤੇ ਉਹਦਾ ਕੀ ਬਣਾ ਦਿੱਤਾ ਉਹਨਾਂ ਨੇ, ਸੂਤ ਕਹਿੰਦੇ ਧਾਗੇ ਨੂੰ, ਕਹਿੰਦੇ ਉਹਦਾ ਧਾਗਾ ਬਣਾ ਦਿੱਤਾ। ਫਿਰ ਉਹ ਧਾਗੇ ਤੋਂ ਅੱਗੇ ਤਾਣਾ ਬਾਣਾ, ਤਾਣਾ ਪੇਟਾ ਕਰ ਦਿੱਤਾ। ਤਾਣਾ ਹੁੰਦਾ ਜਿਹੜੇ ਸਿੱਧਾ ਸੂਤ ਲੰਮਾ ਤਣਿਆ ਜਾਵੇ ਉਹਨੂੰ ਤਾਣਾ ਕਹਿ ਦਿੰਦੇ, ਤੇ ਜਿਹੜਾ ਵਿੱਚ ਬੁਣਿਆ ਜਾਵੇ ਇੱਕ ਥੱਲੇ ਇੱਕ ਉੱਪਰ ਨੂੰ ਕਰਕੇ ਉਹਨੂੰ ਪੇਟਾ ਕਹਿ ਦਿੰਦੇ। ਤੇ ਜਾਂ ਤਾਣਾ ਤੇ ਬਾਣਾ, ਤਾਣਾ ਪੇਟਾ ਮਿਲਾ ਕੇ ਤੇ ਬਾਣਾ ਬਸਤਰ ਬਣਿਆ ਜਾਂਦਾ ਜਿਵੇਂ ਅੱਗੇ ਤੋਂ ਅੱਗੇ। ਕਹਿੰਦੇ ਦੇਖੋ ਹੈ ਤਾਂ ਸੀ ਰੂੰ ਕਪਾਹ, ਤੇ ਉਹਨੂੰ ਕੱਤ ਕੇ ਤੇ ਸੂਤ ਬਣਾ ਦਿੱਤਾ, ਤੇ ਸੂਤ ਤੋਂ ਅੱਗੇ ਭਾਈ ਬਸਤਰ ਬਣਾ ਦਿੱਤਾ ਹੈ। ਉਹ ਦੇਖ ਲਓ ਇੱਕ ਧਾਗੇ ਤੋਂ ਹੀ ਅੱਗੇ ਕਿੱਡਾ ਵੱਡਾ ਕੱਪੜਾ ਜਾਣ ਲਈਦਾ, ਥਾਨਾਂ ਦੇ ਥਾਨ ਕੱਪੜੇ ਬਣ ਜਾਂਦੇ ਨੇ। ਤੇ ਇੱਦਾਂ ਕਹਿੰਦੇ ਕਹਿਣ ਵਿੱਚ ਕਈ ਨਾਮ ਅੱਗੇ ਉਹਦੇ ਕਥਨ ਕੀਤੇ ਜਾਂਦੇ ਪਰ ਕੱਪੜੇ ਦੇ। ਹੁਣ ਆਹ ਵੇਖੋ ਆਪਣੇ ਚਾਰੇ ਪਾਸੇ ਸੰਗਤ ਜੀ ਕੱਪੜੇ ਤਾਂ ਹਨ, ਆਹ ਪਰਦੇ ਲੱਗੇ ਹੈ, ਥੱਲੇ ਚਾਦਰਾਂ ਵਿਛੀਆਂ ਨੇ, ਗਲੀਚੇ ਹੈ, ਜੋ ਕੁਝ ਵੀ ਹੈ ਇਹ ਬਣਿਆ ਕਿੱਥੋਂ? ਸਾਰਾ ਹੈ ਤਾਂ ਕਪਾਹ ਤੋਂ, ਰੂੰ ਤੋਂ ਹੀ ਬਣਿਆ ਹੈ ਨਾ। ਤੇ ਉਸੇ ਤੋਂ ਹੀ ਦੇਖ ਲਓ ਅੱਗੇ ਧਾਗੇ ਬਣੇ, ਰੰਗ ਚਾੜਤਾ ਤੇ ਕੀ ਕੁਝ ਬਣ ਗਿਆ। ਕਿਸੇ ਨੂੰ ਆਪਾਂ ਚਾਦਰ ਕਹਿ ਤਾ, ਕਿਸੇ ਨੂੰ ਪਰਦਾ ਕਹਿ ਤਾ, ਕਿਸੇ ਨੂੰ ਦਰੀ ਕਹਿ ਦਿੱਤਾ, ਕਿਸੇ ਨੂੰ ਕੁਝ ਕਹਿ ਦਿੱਤਾ, ਕਿਸੇ ਨੂੰ ਕੁਝ, ਤਰ੍ਹਾਂ ਕਰਕੇ ਅੱਗੇ ਨਾਮ ਪੈ ਗਏ ਹੈ ਨਾ। ਤੋ ਇੱਦਾਂ ਕਹਿੰਦੇ ਹੈ ਤਾਂ ਜੇ ਮੂਲ ਰੂਪ 'ਚ ਦੇਖਿਆ ਜਾਵੇ ਤੇ ਹੈ ਤਾਂ ਕਪਾਹ ਹੀ ਵਿਛੀ ਹੋਈ ਹੈ ਸਾਰੀ। ਇਹ ਕਪਾਹ ਤੋਂ ਅੱਗੇ ਧਾਗੇ ਬਣੇ, ਸੂਤ ਕੱਤਿਆ, ਧਾਗਿਆਂ ਨੂੰ ਮੇਲ ਕਰਕੇ ਕੋਈ ਧਾਗਾ ਮੋਟਾ ਵੱਟਿਆ ਉਹਦੀ ਦਰੀ ਬਣ ਗਈ, ਕੋਈ ਧਾਗਾ ਬਹੁਤਾ ਜ਼ਿਆਦਾ ਬਰੀਕ ਵੱਟ ਦਿੱਤਾ ਹੈ ਤੇ ਉਹਦੇ ਅੱਗੇ ਪਹਿਨਣ ਵਾਲੇ ਸਾਡੇ ਕੱਪੜੇ ਆਦਿਕ ਬਣ ਗਏ। ਕਹਿੰਦੇ ਇੱਦਾਂ ਭਾਈ ਅਨੇਕਾਂ ਤਰ੍ਹਾਂ ਕਰਕੇ ਕਥਨ ਕਰੀਦਾ ਇੱਕੋ ਹੀ ਧਾਗੇ ਨੂੰ। ਹੁਣ ਅੱਗੇ ਕੱਪੜਿਆਂ ਦੀਆਂ ਕਿਸਮਾਂ ਦੱਸਦੇ ਆ।
ਪੁਰਾਣੇ ਸਮੇਂ ਬੜੀਆਂ ਕਿਸਮਾਂ ਹੁੰਦੀਆਂ ਸੀ। ਅੱਜ ਕੱਲ੍ਹ ਚਲੋ ਨਾਂ ਕਿਸਮਾਂ ਬਦਲ ਗਈਆਂ ਕੱਪੜਿਆਂ ਦੀਆਂ। ਕੁਝ ਹੈ ਅਜੇ ਵੀ ਪੁਰਾਣੇ ਨਾਮ ਚੱਲਦੇ ਨੇ। ਤੋ ਪੁਰਾਣੇ ਸਮੇਂ ਜਿਹੜੀਆਂ ਸੀ ਕਿਸਮਾਂ ਉਹ ਭਾਈ ਗੁਰਦਾਸ ਜੀ ਦੱਸਦੇ। ਕਹਿੰਦੇ ਚੌਸੀ ਇਹ ਵੀ ਇੱਕ ਤਰ੍ਹਾਂ ਦਾ ਸੰਗਤ ਜੀ ਦੇਸੀ ਬਸਤਰ ਸੀ। 100 ਤੰਦਾਂ ਜਿਹਦੀਆਂ ਹੁੰਦੀਆਂ ਸਨ, ਮੋਟੀਆਂ ਮੋਟੀਆਂ ਜਿਹੀਆਂ, ਉਹਨੂੰ ਚੌਸੀ ਕਹਿ ਦਿੰਦੇ। ਇਸੇ ਤਰ੍ਹਾਂ ਚੌਤਾਰ, 4 ਤਾਰਾਂ ਵਾਲਾ, 4 ਤਰ੍ਹਾਂ ਦਾ ਜਿਸ ਰੰਗ ਹੋਵੇ, ਇੱਦਾਂ ਇਹ ਕੱਪੜੇ ਬਣਾ ਦਿੱਤੇ। ਇੱਕ ਚੌਸੀ, ਇੱਕ ਚੌਤਾਰ, ਇਹ ਕਿਸਮਾਂ ਨੇ। ਜਿਵੇਂ ਅੱਜ ਕੱਲ੍ਹ ਆਪਾਂ ਕਹਿੰਦੇ ਸੂਤੀ ਹੈ, ਟੈਰੀਕਾਟ ਹੈ, ਫਲਾਣਾ ਹੈ ਫਲਾਣਾ ਹੈ, ਇੱਦਾਂ ਇਹ ਕੱਪੜਿਆਂ ਦੀਆਂ ਕਿਸਮਾਂ ਅੱਗੇ ਬਣੀਆਂ। ਗੰਗਾ ਜਲ ਜਾਣਾ। ਇਸੇ ਤਰ੍ਹਾਂ ਭਾਈ ਇੱਕ ਕੱਪੜੇ ਦਾ ਨਾਮ ਸੀ ਗੰਗਾ ਜਲੀਆ, ਉਹਨੂੰ ਕਹਿ ਦਿੰਦੇ ਸਨ। ਇਹ ਜਾਣੋ ਖਾਸਾ ਮਲਮਲ ਸਰੀ ਸਾਫ। ਫਿਰ ਇੱਕ ਕੱਪੜੇ ਦਾ ਨਾਮ ਪਾ ਦਿੱਤਾ ਖਾਸਾ, ਉਹਨੂੰ ਖਾਸਾ ਕਹਿ ਦਿੰਦੇ ਸੀ ਕੱਪੜੇ ਨੂੰ। ਤੇ ਜਿਹੜਾ ਬਹੁਤਾ ਜ਼ਿਆਦਾ ਸੰਗਤ ਜੀ ਬਰੀਕ ਹੋਵੇ ਤੇ ਬੜਾ ਕੋਮਲ ਜਿਹਾ ਹੋਵੇ, ਉਹਨੂੰ ਮਲਮਲ ਕਹਿ ਦਿੰਦੇ। ਚਲੋ ਇਹ ਤਾਂ ਅੱਜ ਵੀ ਕੱਪੜਾ ਚੱਲਦਾ ਹੀ ਹੈ, ਮਲਮਲ ਦਾ ਆਮ ਹੀ ਪਤਾ ਆਪਾਂ ਨੂੰ। ਫਿਰ ਇੱਕ ਸ੍ਰੀ ਸਾਫ, ਇਹ ਵੀ ਬਰੀਕ ਸੰਗਤ ਜੀ ਤੰਦਾਂ ਦਾ ਤਾਣੇ ਦਾ ਬੁਣਿਆ ਹੋਇਆ ਬਸਤਰ ਹੁੰਦਾ ਹੈ, ਇਹਨੂੰ ਸ੍ਰੀ ਸਾਫ ਕਹਿ ਦਿੰਦੇ ਹਨ। ਇਹ ਕੱਪੜਿਆਂ ਦੀਆਂ ਕਿਸਮਾਂ ਨੇ, ਅੱਗੇ ਨਾਮ ਹਨ। ਤਨ ਸੁਖ ਮਨ ਭਾਣਾ। ਜਿਨ੍ਹਾਂ ਨੂੰ ਕੱਪੜਿਆਂ ਨੂੰ ਪਹਿਨਣ ਕਰਕੇ ਆਪਣੇ ਸਰੀਰ ਨੂੰ ਵੀ ਸੁੱਖ ਮਿਲਦਾ ਹੈ ਤੇ ਪਹਿਨੇ ਹੋਏ ਕੱਪੜੇ ਸਾਡੇ ਮਨ ਨੂੰ ਵੀ ਭਾਉਂਦੇ ਆ, ਚੰਗੇ ਲੱਗਦੇ ਹਨ। ਪੱਗ ਦੁਪੱਟਾ ਚੋਲਣਾ। ਹੋਰ ਸੁਣੋ, ਕਹਿੰਦੇ ਫਿਰ ਉਸੇ ਧਾਗੇ ਤੋਂ ਅੱਗੇ ਪੱਗ ਬਣ ਗਈ ਜੋ ਸਿਰ 'ਤੇ ਆਪਾਂ ਸਜਾ ਲੈਂਦੇ ਹਾਂ। ਬੀਬੀਆਂ ਜੋ ਸਿਰ 'ਤੇ ਕੱਪੜਾ ਲੈਂਦੀਆਂ ਦੁਪੱਟਾ ਕਹਿ ਦਿੱਤਾ ਜਾਂਦਾ। ਤੇ ਚੋਲਣਾ ਇਸੇ ਤਰ੍ਹਾਂ ਜਿਹੜਾ ਕੱਪੜਾ ਆਪਾਂ ਪਾ ਲਿਆ ਉਹਨੂੰ ਚੋਲਾ ਕਹਿ ਲਓ। ਜਿਵੇਂ ਬਾਣਾ ਆਪਾਂ ਪਾ ਲੈਂਦੇ ਹਾਂ। ਕਹਿੰਦੇ ਇਹ ਕੱਪੜੇ ਅੱਗੇ ਤੋਂ ਅੱਗੇ ਦੇਖ ਲਓ ਬਣ ਗਏ ਇੱਕ ਧਾਗੇ ਤੋਂ। ਪਟਕਾ ਪਰਵਾਣਾ। ਤੇ ਪਟਕਾ ਕਹਿ ਦਿੰਦੇ ਆ ਕਮਰ ਕੱਸੇ ਨੂੰ, ਜਿਹੜਾ ਕਮਰ ਕੱਸਾ ਕੀਤਾ ਜਾਵੇ, ਲੱਕ ਨਾਲ ਬੰਨਿਆ ਜਾਵੇ ਕੱਪੜਾ। ਕਹਿੰਦੇ ਇਹ ਪ੍ਰਮਾਣਿਕ ਹੋਏ ਅੱਗੇ ਤੋਂ ਅੱਗੇ। ਆਪੇ ਆਪ ਵਰਤਦਾ। ਬਸ ਦੇਖ ਲਓ ਭਾਈ, ਅਸਲ ਵਿੱਚ ਹੈ ਤਾਂ ਕਪਾਹ ਸੀ ਤੇ ਕਪਾਹ ਨੂੰ ਕੱਤਿਆ, ਕੱਤ ਕੇ ਸੂਤ ਬਣਾਇਆ। ਜੁਲਾਹੇ ਨੇ ਸੂਤ ਕੱਤਿਆ ਤੇ ਸੂਤ ਕਿਤੇ ਮੋਟਾ, ਕਿਤੇ ਬਰੀਕ, ਕਿਤੇ ਹੋਰ ਤਰ੍ਹਾਂ ਕਰਕੇ ਕੱਤ ਦਿੱਤਾ। ਕੱਤ ਕੇ ਤਾਣਾ ਪੇਟਾ ਮੇਲ ਕੇ ਤੇ ਉਹਦਾ ਸੰਗਤ ਜੀ ਬਸਤਰ ਬਣਾ ਦਿੱਤਾ। ਬਸਤਰ ਜਦੋਂ ਬਣ ਗਿਆ ਹੈ, ਉਹ ਬਸਤਰ ਅੱਗੇ ਕਈ ਕਿਸਮਾਂ ਦੇ ਬਣ ਗਏ। ਜਿਵੇਂ ਜਿਵੇਂ ਦਾ ਸੰਗਤ ਜੀ ਕੋਈ ਧਾਗਾ ਹੁੰਦਾ ਹੈ, ਤਿਵੇਂ ਤਿਵੇਂ ਦਾ ਉਹ ਬਸਤਰਾਂ ਦੇ ਨਾਮ ਪੈ ਗਏ ਹਨ। ਫਿਰ ਉਹ ਉਹਨਾਂ ਨੂੰ ਰੰਗ ਦੇ ਦਿੱਤਾ, ਕੱਪੜਿਆਂ ਨੂੰ ਤਰ੍ਹਾਂ ਤਰ੍ਹਾਂ ਦੇ ਰੰਗ ਉਹਨਾਂ ਨੂੰ ਦੇ ਦਿੱਤੇ। ਤੇ ਮੁੜ ਕੇ ਫਿਰ ਉਹ ਜਿਹੜੇ ਕੱਪੜੇ ਹੈ ਉਹਨੂੰ ਕਿਸੇ ਨੇ ਕਿਸੇ ਤਰ੍ਹਾਂ ਕਰਕੇ ਵਰਤਿਆ, ਕਿਸੇ ਨੇ ਕਿਸੇ ਤਰ੍ਹਾਂ ਕਰਕੇ ਵਰਤ ਲਿਆ ਹੈ। ਇਹਦਾ ਭਾਈ ਅੱਗੇ ਤੋਂ ਅੱਗੇ ਦੇਖੋ, ਹੈ ਇੱਕ ਰੂੰ ਸੀ, ਕਪਾਹ ਸੀ, ਅੱਗੇ ਕਿੰਨੇ ਰੂਪ ਹੋ ਕੇ ਆ ਗਈ। ਉਹ ਹੈ ਰੂੰ ਨੂੰ ਕਿਸੇ ਨੇ ਪੱਗ, ਕਿਸੇ ਨੇ ਦੁਪੱਟਾ, ਕਿਸੇ ਨੇ ਚੋਲਾ ਕਹਿ ਦਿੱਤਾ, ਕਿਸੇ ਨੇ ਕਮਰ ਕੱਸਾ ਕਹਿ ਦਿੱਤਾ। ਤਰ੍ਹਾਂ ਤਰ੍ਹਾਂ ਕਰਕੇ ਨਾਮ ਪੈ ਗਏ ਨਾ, ਪਰ ਹੈ ਉਹਦੇ ਵਿੱਚ ਰੂੰ ਹੈ, ਕਪਾਹ ਹੈ। ਤਿਵੇਂ ਭਾਈ ਆ ਸੰਸਾਰ ਹੈ, ਕੋਈ ਇੱਥੇ ਕੁਝ ਕਹਿ ਰਿਹਾ, ਕੋਈ ਕੁਝ ਕਹਿ ਰਿਹਾ, ਪਰ ਜਿਹੜੇ ਬ੍ਰਹਮ ਬੇਤੇ ਹੈ ਨਾ ਗੁਰਮੁਖ ਨੇ, ਉਹ ਕੀ ਦੇਖਦੇ ਹੈ? ਉਹ ਕਹਿੰਦੇ ਪ੍ਰਮਾਤਮਾ ਹੀ ਵਰਤ ਰਿਹਾ ਹੈ, ਪ੍ਰਮਾਤਮਾ ਹੀ ਅਣਕ ਭਾਂਤ ਹੋਏ ਪਸਰਿਆ। ਅਨੇਕਾਂ ਰੂਪ ਕਰਕੇ ਉਹ ਵਾਹਿਗੁਰੂ ਆਪ ਹੀ ਭਾਈ ਫੈਲਿਆ ਹੋਇਆ ਹੈ। ਜਦੋਂ ਆਖੀਏ ਜੀ ਇਹ ਕਿਵੇਂ ਸਾਨੂੰ ਸਮਝ ਪਵੇ, ਤਾਂ ਆਨੰਦ ਸਾਹਿਬ ਦੇ ਵਿੱਚ ਆਪਾਂ ਨਿੱਤ ਤਾਂ ਪੜ੍ਹ ਰਹੇ ਹਾਂ, ਇਹ ਨੇਤਰ ਹੋ ਮੇਰੇ ਹੋ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਇਹੋ ਵਿਸ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਆ ਜੋ ਵਿਸ਼ਵ ਦੇ ਵਿੱਚ, ਆ ਸੰਸਾਰ ਦੇ ਵਿੱਚ ਆਪਾਂ ਦੇਖ ਰਹੇ ਹਾਂ, ਇਹ ਸਾਰਾ ਪ੍ਰਮਾਤਮਾ ਸਰੂਪ ਹੀ ਹੈ। ਪਰ ਇਹ ਗੁਰਮੁਖਾਂ ਨੂੰ ਦ੍ਰਿਸ਼ਟੀ ਵਿੱਚ ਆਇਆ ਹੈ ਨਾ, ਹਰੇਕ ਨੂੰ ਨਹੀਂ। ਹੁਣ ਸਾਨੂੰ ਤਾਂ ਕੋਈ ਸਾਧ ਸੰਗਤ ਜੀ ਦੇਖੋ ਆਪਣੇ ਰਿਸ਼ਤੇ ਨਾਤੇ ਨੇ, ਸਾਨੂੰ ਰਿਸ਼ਤੇ ਨਾਤੇ ਦਿਸਦੇ, ਕੋਈ ਮਿੱਤਰ ਕੋਈ ਸ਼ਤਰੂ ਦਿਸਦਾ ਹੈ, ਕੋਈ ਉੱਚਾ ਕੋਈ ਨੀਵਾਂ ਦਿਸਦਾ, ਕੋਈ ਅਮੀਰ ਕੋਈ ਗਰੀਬ ਦਿਸਦਾ। ਸਾਡੀ ਦ੍ਰਿਸ਼ਟੀ ਅਜੇ ਦੁੰਦਵਾਦ ਵਿੱਚ ਹੈ, ਦਵੈਸ਼ ਵਿੱਚ ਹੈ। ਜਿਹੜੇ ਦਵੈਸ਼ ਵਿੱਚ ਹੁੰਦੇ ਆ ਨਾ, ਉਹਨਾਂ ਨੂੰ ਹੀ ਆ ਦੁੰਦਵਾਦ ਦਿਸਦਾ ਹੈ। ਪਰ ਜਿਨ੍ਹਾਂ ਦੀ ਬਿਰਤੀ ਏਕਤਾ ਦੇ ਵਿੱਚ ਮਿਲ ਜਾਂਦੀ ਹੈ, ਉਹਨਾਂ ਨੂੰ ਫਿਰ ਸਾਰੇ ਪਸਾਰੇ ਵਿੱਚ ਇੱਕ ਵਾਹਿਗੁਰੂ ਹੀ ਨਜ਼ਰ ਆਉਣ ਲੱਗ ਪੈਂਦਾ ਹੈ। ਜਿਵੇਂ ਭਗਤ ਨਾਮਦੇਵ ਜੀ, ਭਗਤ ਕਬੀਰ ਸਾਹਿਬ ਜੀ,
ਇਹਨਾਂ ਦੇ ਆਪਾਂ ਜਦੋਂ ਜੀਵਨ ਸਾਖੀਆਂ ਪੜ੍ਹਦੇ ਹਾਂ ਤਾਂ ਬਚਨ ਆਉਂਦੇ ਆ ਨਾ ਕਿ ਨਾਮਦੇਵ ਜੀ ਦੇ ਕੋਲੇ ਕਹਿੰਦੇ ਵੀ ਇੱਕ ਕੁੱਕਰ ਆ ਗਿਆ, ਕੁੱਤਾ ਆ ਗਿਆ, ਉਹ ਆ ਕੇ ਤੇ ਕਹਿ ਲਓ ਰੋਟੀ ਫੜ ਕੇ ਲੈ ਗਿਆ ਸੀ ਤੇ ਉਹ ਨਾਮਦੇਵ ਜੀ ਮਗਰ ਹੀ ਕਹਿੰਦੇ ਕੜਛੀ ਲੈ ਕੇ ਦਾਲ ਦੀ ਤੇ ਮਗਰ ਭੱਜ ਗਏ। ਕਹਿੰਦੇ ਭਗਵਾਨ ਜੀ ਇਕੱਲੀ ਸੁੱਕੀ ਰੋਟੀ ਕੀ ਖਾਣੀ, ਆ ਵੀ ਖਾ ਲਓ। ਉਹ ਕੀ ਹੋਇਆ ਉੱਥੇ, ਉਹ ਦ੍ਰਿਸ਼ਟੀ ਬ੍ਰਹਮ ਦ੍ਰਿਸ਼ਟੀ ਹੋ ਗਈ ਸੀ, ਜਿਹਦੇ ਵਿੱਚ ਉਹਨਾਂ ਨੂੰ ਹੁਣ ਉਹ ਕੁੱਤਾ ਨਹੀਂ, ਉਹਦੇ ਕੁੱਤੇ ਦੇ ਅੰਦਰ ਜੋ ਵਾਹਿਗੁਰੂ ਦੀ ਜੋਤ ਹੈ ਉਹ ਹੀ ਦਿਸਦੀ ਹੈ। ਉਹ ਇਹ ਸੰਸਾਰ ਨੂੰ ਬਾਹਰੀ ਰੂਪ ਕਰਕੇ ਨਹੀਂ, ਉਹ ਅੰਤਰੀ ਪਰਮਾਤਮ ਰੂਪ ਕਰਕੇ ਹੀ ਭਾਈ ਦੇਖਦੇ ਹਨ। ਇਹ ਗੁਰਮੁਖਾਂ ਦਾ ਐਸਾ ਜੀਵਨ ਹੈ। ਬਸ ਇਸੇ ਕਰਕੇ ਮਨੁੱਖ ਜਿਹੜਾ ਸੰਗਤ ਜੀ ਝਗੜੇ 'ਚ ਮੇਲੇ 'ਚ ਪਿਆ, ਕਿਉਂਕਿ ਗੁਰਮੁਖ ਤਾਂ ਇੱਦਾਂ ਜਾਣ ਲੈਂਦੇ ਐ, ਮਨਮੁਖਾਂ ਦੇ ਗੱਲਾਂ ਸਮਝ ਨਹੀਂ ਪੈਂਦੀਆਂ, ਜਿਹਦੇ ਕਰਕੇ ਉਹ ਕਹਿ ਦਿੰਦੇ ਜੀ ਇੱਦਾਂ ਤਾਂ ਹੁੰਦਾ ਹੀ ਨਹੀਂ, ਇਹ ਤਾਂ ਹੋ ਹੀ ਨਹੀਂ ਸਕਦਾ ਹੈ। ਉਹ ਹੱਥ ਨਾ ਆਪਣੇ ਥੂ ਕੌੜੀ ਵਾਲੀ ਗੱਲ ਹੋ ਜਾਂਦੀ, ਪਰ ਹੈ ਭਾਈ ਇੱਦਾਂ ਹੀ। ਆ ਉਦਾਹਰਨਾਂ ਦੇ ਕੇ ਭਾਈ ਗੁਰਦਾਸ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ। ਕਹਿੰਦੇ ਭਾਈ ਉਹ ਪਰਮਾਤਮਾ ਆਪੇ ਆਪ ਹੀ ਸਰਬ ਰੂਪ ਹੋ ਕੇ ਵਰਤ ਰਿਹਾ ਹੈ। ਗੁਰਮੁਖ ਰੰਗ ਮਾਣਾ। ਹਾਂ, ਗੁਰਮੁਖਾਂ ਨੇ ਭਾਈ ਐਸੇ ਰੰਗ ਨੂੰ ਮਾਣਿਆ ਹੈ, ਉਹ ਆਨੰਦ ਨੂੰ ਮਾਣਿਆ ਹੈ। ਦੂਜਿਆਂ ਦੇ ਪਕੜ ਵਿੱਚ ਨਹੀਂ ਉਹ ਆਨੰਦ ਆਉਂਦਾ ਹੈ। ਗੁਰਮੁਖ ਜਿਹੜੇ ਬਣ ਜਾਂਦੇ, ਪਹਿਲਾਂ ਗੁਰਮੁਖ ਬਣਨਾ ਪਵੇਗਾ ਨਾ, ਫੇਰ ਹੀ ਉਹ ਆਨੰਦ ਮਾਣਿਆ ਜਾਂਦਾ ਹੈ। ਜਿਵੇਂ ਕਹਿ ਲਓ ਕਿਸੇ ਸੰਗਤ ਜੀ ਆਪਾਂ ਕਾਲਜ ਦੀ ਯੂਨੀਵਰਸਿਟੀ ਦੀ ਡਿਗਰੀ ਲੈਣੀ ਹੈ, ਸਕੂਲ ਦਾ ਕੋਈ ਸਰਟੀਫਿਕੇਟ ਲੈਣਾ ਹੈ, ਤਾਂ ਫਿਰ ਉੱਥੇ ਜਾ ਕੇ ਪਹਿਲਾਂ ਦਾਖਲ ਹੋਣਾ ਪੈਂਦਾ ਨਾ, ਉੱਥੇ ਦੀ ਪੜ੍ਹਾਈ ਪੜ੍ਹਨੀ ਪੈਂਦੀ ਹੈ ਅਤੇ ਉੱਥੋਂ ਦੇ ਜਿਹੜੇ ਕੋਈ ਨਿਯਮ ਨੇ ਉਹ ਧਾਰਨ ਕਰਨੇ ਪੈਂਦੇ ਹੈ, ਫਿਰ ਹੀ ਤਾਂ ਉਹ ਆਪਣਾ ਸਰਟੀਫਿਕੇਟ ਕੋ ਦੇਣਗੇ ਨਾ। ਤੋ ਇਸੇ ਤਰ੍ਹਾਂ ਜੇ ਆਪਾਂ ਇੱਧਰ ਕਹਿ ਲਓ ਵਾਹਿਗੁਰੂ ਬਾਰੇ ਜਾਣਨਾ ਹੈ ਤਾਂ ਫਿਰ ਪਹਿਲਾਂ ਗੁਰਮੁਖ ਬਣਨਾ ਪਵੇਗਾ। ਗੁਰਮੁਖ ਬਣਨ ਵਾਸਤੇ ਸੰਗਤ ਕਰਨੀ ਪਵੇਗੀ। ਸੰਗਤ ਵਿੱਚੋਂ ਗੁਰਮੁਖਾਂ ਦੇ ਜੀਵਨ ਪੜ੍ਹਨੇ ਪੈਣਗੇ, ਸੁਣਨੇ ਪੈਣਗੇ। ਗੁਰਬਾਣੀ ਦੁਆਰਾ ਗੁਰਮੁਖਾਂ ਦੇ ਜੋ ਲਕਸ਼ਣ ਕਥਨ ਕੀਤੇ ਹੋਏ ਹੈ ਉਹ ਆਪਾਂ ਨੂੰ ਸਮਝਣੇ ਪੈਣਗੇ, ਤਾਂ ਫਿਰ ਆਪਣਾ ਸੁਭਾਅ ਹੌਲੀ ਹੌਲੀ ਗੁਰਮੁਖ ਬਣੇਗਾ। ਜਦੋਂ ਸੁਭਾਅ ਗੁਰਮੁਖ ਬਣਿਆ, ਉੱਥੇ ਜਾ ਕੇ ਫਿਰ ਇਹਨਾਂ ਗੱਲਾਂ ਦਾ ਪਤਾ ਚੱਲਦਾ ਹੈ। ਉਹਨਾਂ ਚਿਰ ਤਾਂ ਕੇਵਲ ਆਪਾਂ ਕਹਿ ਲਓ ਸੁਣ ਸਕਦੇ ਹਾਂ, ਅੰਦਾਜ਼ੇ ਲਾ ਸਕਦੇ ਹਾਂ, ਪਰ ਇਹ ਅੰਦਾਜ਼ੇ ਆਪਣੇ ਸਥਿਰ ਨਹੀਂ ਰਹਿਣੇ। ਆ ਜਿਵੇਂ ਕਹਿ ਲਓ ਸੰਗਤ ਜੀ, ਆ ਜਦੋਂ ਛੱਤ ਪਾਈ ਜਾਂਦੀ ਨਾ ਮਕਾਨ ਦੀ, ਅਤੇ ਪੁਰਾਣੇ ਸਮੇਂ ਜਿਵੇਂ ਥੱਲੇ ਉਹ ਬੱਲੀਆਂ ਜੀਆਂ ਬਾਂਸ ਆਦਿਕ ਲਾਏ ਜਾਂਦੇ ਸੀ, ਅਤੇ ਉਹ ਜਦੋਂ ਕਹਿ ਲਓ ਕਿ ਹੁਣ ਬਾਂਸਾਂ ਦੇ ਆਸਤੇ ਥੋੜ੍ਹੀ ਵੱਡੇ ਵੱਡੇ ਲੈਂਟਰ ਟਿਕਣੇ ਸੀ, ਉਹਦਾ ਇੱਕ ਓਟ ਆਸਰਾ ਜਿਹਾ ਦਿੱਤਾ ਸੀ, ਸਹਾਰਾ ਜਿਹਾ ਦਿੱਤਾ ਸੀ, ਪਰ ਥੱਲੇ ਪਿੱਲਰ ਭਰੇ ਹੁੰਦੇ, ਕੰਧਾਂ ਕੀਤੀਆਂ ਹੁੰਦੀਆਂ ਨੇ। ਉਹ ਕੰਧਾਂ ਦੇ ਸਹਾਰੇ ਮੁੜ ਕੇ ਲੈਂਟਰ ਟਿਕਦਾ ਹੈ। ਜੇ ਹੁਣ ਆਪਾਂ ਕਹੀਏ ਕੰਧਾਂ ਕਰਨ ਦੀ ਲੋੜ ਨਹੀਂ, ਪਿੱਲਰ ਕਰਨ ਦੀ ਲੋੜ ਨਹੀਂ, ਇਕੱਲੇ ਬਾਂਸਾਂ ਦੇ ਉੱਤੇ ਹੀ ਲੈਂਟਰ ਖਿਲਾਰ ਦਈਏ, ਅਤੇ ਕਿੰਨਾ ਕੁ ਚਿਰ ਖੜ੍ਹੇਗਾ ਉਹਦੇ ਉੱਤੇ ਲੈਂਟਰ, ਉਹਦਾ ਡਿੱਗ ਜਾਏਗਾ ਨਾ ਅਖੀਰ ਇੱਕ ਦਿਨ। ਇਸੇ ਤਰ੍ਹਾਂ ਜੇਕਰ ਆਪਾਂ ਇਕੱਲਾ ਇੱਥੇ ਤੱਕ ਸੀਮਿਤ ਰਹਿ ਜਾਈਏ ਤਾਂ ਫਿਰ ਆਪਣਾ ਜੀਵਨ ਜਿਹੜਾ ਹੈ ਬਹੁਤਾ ਚਿਰ ਸਥਿਰ ਨਹੀਂ ਰਹਿ ਸਕਦਾ। ਜਿਹੜੀਆਂ ਇਹ ਗੱਲਾਂ ਨੇ ਨਾ ਅੰਦਰ ਸਾਡੇ ਠਹਿਰ ਨਹੀਂ ਸਕਦੀਆਂ। ਹਾਂ, ਪਤਾ ਲੱਗੇਗਾ, ਸਮਝਾਂਗੇ ਸਾਖੀ ਦੁਆਰਾ, ਕਹਾਣੀਆਂ ਦੁਆਰਾ, ਕਥਾ ਦੁਆਰਾ, ਪਰ ਜਿੰਨਾ ਚਿਰ ਉਹ ਕਹਿ ਲਓ ਅੰਦਰ ਸਾਡੇ ਦ੍ਰਿੜਤਾ ਨਹੀਂ ਆਉਂਦੀ ਹੈ ਗੁਰਮੁਖਾਂ ਵਾਲੀ, ਉਹਨਾਂ ਚਿਰ ਤੱਕ ਅੰਦਰ ਉਹ ਪਰਮਾਤਮਾ ਦਾ ਪ੍ਰਕਾਸ਼ ਨਹੀਂ ਹੁੰਦਾ ਹੈ। ਇਹ ਚੀਜ਼ਾਂ ਸਮਝ ਨਹੀਂ ਪੈਂਦੀਆਂ ਪੂਰਨ ਤੌਰ 'ਤੇ। ਹੁਣ ਸਮਝ ਪੈ ਜਾਂਦੀਆਂ ਨੇ, ਪਰ ਕਿਤੇ ਜਾ ਕੇ ਮਨ ਫਿਰ ਡਾਵਾਂਡੋਲ ਹੋ ਜਾਂਦਾ। ਕੋਈ ਸ਼ੰਕਾ ਸਾਹਮਣੇ ਆ ਗਈ ਤਾਂ ਫਿਰ ਆਖੀਦਾ ਨਹੀਂ, ਇਹ ਗੱਲ ਇੱਦਾਂ ਨਹੀਂ ਹੈ, ਕਿਉਂਕਿ ਹੁਣ ਸੁਭਾਅ ਕੈਸਾ ਹੈ। ਜਿੰਨਿਆਂ ਕੋਲੋਂ ਆਪਾਂ ਇਸ ਸੰਬੰਧ ਵਿੱਚ ਗੱਲਾਂ ਸੁਣਾਂਗੇ, ਜਿੱਦਾਂ ਕਿ ਇਹਨੇ ਕਹਿ ਤੀ, ਸਾਡੇ ਦਿਮਾਗ ਨੇ ਉਸੇ ਤਰੀਕੇ ਨਾਲ ਹੀ ਮੰਨ ਲੈਣੀ ਹੈ। ਪਰੰਤੂ ਜਦੋਂ ਆਪਣੇ ਅੰਦਰ ਉਹ ਦ੍ਰਿੜਤਾ ਹੋ ਗਈ ਗੁਰਮੁਖਾਂ ਵਾਲੀ, ਤਾਂ ਫਿਰ ਜਿੱਦਾਂ ਆਪਾਂ ਜਾਣਨ ਦਾ ਯਤਨ ਕਰਾਂਗੇ ਗੁਰੂ ਕੀ ਬਾਣੀ ਦੁਆਰਾ, ਫਿਰ ਉੱਦਾਂ ਜਾਣਿਆ ਜਾਵੇਗਾ ਵੀ ਅਸਲ ਵਿੱਚ ਤਾਂ ਇਹ ਖੇਡ ਇੱਦਾਂ ਜਾਣੀ ਜਾ ਸਕਦੀ ਹੈ। ਤੋ ਇੱਦਾਂ ਭਾਈ ਗੁਰਮੁਖ ਜਿਹੜੇ ਹੈ ਉਹ ਸਦਾ ਐਸੇ ਰੰਗ ਨੂੰ, ਆਨੰਦ ਨੂੰ ਮਾਨਣਾ ਕਰਦੇ ਹਨ। ਇੱਦਾਂ ਭਾਈ ਆਪਾਂ ਕਥਾ ਸੁਣ ਰਹੇ ਹਾਂ। ਸਮਾਂ ਇੱਥੇ ਸਮਾਪਤ ਹੋ ਚੁੱਕਾ। ਅੰਤਰੀ ਭਾਵ ਵੀ ਨਾਲ ਨਾਲ ਇਹਦਾ ਭਾਈ ਗੁਰਦਾਸ ਸਾਹਿਬ ਜੀ ਨੇ ਸਮਝਾਉਣ ਦਾ ਯਤਨ ਕੀਤਾ ਹੋਇਆ। ਇੱਕੋ ਹੀ ਜਿਵੇਂ ਧਾਗੇ ਤੋਂ ਅਨੇਕਾਂ ਸੂਤ ਅੱਗੇ ਕੱਪੜਾ ਬਣ ਗਿਆ, ਜਿਵੇਂ ਇੱਕ ਪਰਮਾਤਮਾ ਤੋਂ ਅੱਗੇ ਅਨੇਕਾਂ ਤਰ੍ਹਾਂ ਕਰਕੇ ਜੋ ਸੰਸਾਰ ਆਪਾਂ ਦੇਖਦੇ ਪਏ ਹਾਂ ਇਹ ਬਣਿਆ ਪਿਆ ਹੈ। ਪਰ ਜਿਹੜੇ ਗੁਰਮੁਖ ਨੇ ਉਹ ਇਸ ਅਨੇਕਤਾ ਵਿੱਚੋਂ ਉਸੇ ਇੱਕ ਦੇ ਨਾਲ ਹੀ ਜੁੜ ਕੇ ਤੇ ਆਪਣਾ ਪਾਰ ਉਤਾਰਾ ਕਰ ਲੈਂਦੇ ਹੈ।
ਪਰਮਾਤਮਾ ਦੇ ਆਨੰਦ ਨੂੰ ਮਾਣ ਲੈਂਦੇ ਹਨ। ਇੱਦਾਂ ਗੁਰਮੁਖ ਜੀਵਨ ਸਫਲ ਕਰ ਜਾਂਦੇ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ। ਗੁਰਮੁਖ ਲਾਭ ਲੈ ਜਾਂਦੇ ਹੈ ਅਤੇ ਮਨਮੁਖ ਜਿਹੜਾ ਉਹਨਾਂ ਦਾ ਮੂਲ ਹੁੰਦਾ ਉਹ ਵੀ ਗਵਾ ਜਾਂਦੇ ਨੇ। ਨਫਾ ਦਾ ਕੀ ਮਿਲਣਾ ਸੀ। ਇੱਦਾਂ ਇਹ ਸੰਗਤ ਦੁਆਰਾ ਸਾਨੂੰ ਸਮਝ ਪੈਂਦੀ। ਇੱਥੇ ਹੀ ਸਮਾਪਤੀ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਭਗਤ ਪੱਟਾ ਚੋਲਣਾ ਪਟਕਾ ਪਰਵਾਣਾ, ਆਪੇ ਆਪ ਵਰਤਦਾ ਗੁਰਮੁਖ ਰੰਗ ਮਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।